ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 12 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 13ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ ਤੇ ਇਸ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਹ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 321 ਤੇ ਅੰਕ। ਸ਼ਲੋਕ ਮਹਿਲਾ ਪੰਜਵਾਂ। ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਹੋਏ, ਨਾਨਕ ਨਾਮ ਸਲਾਹਿਐ ਮਨ ਤਨ ਸ਼ੀਤਲ ਹੋਏ। ਇਸ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਇੱਕ ਐਸੇ ਜੀਵਨ ਦੀ ਜੁਗਤ ਦੱਸ ਰਹੇ ਨੇ ਕਿ ਬੰਦਾ ਹਰ ਵਕਤ ਹਰ ਪਲ ਸੁਖੀ ਔਰ ਸ਼ਾਂਤ ਰਹਿ ਸਕਦਾ ਹੈ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਜਾਗਦਿਆਂ ਸੌਂਦਿਆਂ, ਯਾਨੀ ਹਰ ਵਕਤ ਸੁਖ ਰਹਿ ਸਕਦਾ ਹੈ ਔਰ ਇਹ ਸੰਭਾਵਨਾ ਹਰ ਇੱਕ ਦੇ ਅੰਦਰ ਹਰ ਸਮੇਂ ਮੌਜੂਦ ਹੈ। ਉਠੰਦਿਆਂ ਬਹੰਦਿਆਂ ਦਾ ਮਤਲਬ ਉੱਠਦਿਆਂ ਬੈਠਦਿਆਂ, ਸੌਂਦਿਆਂ ਦਾ ਮਤਲਬ ਸੌਂਦਿਆਂ, ਯਾਨੀ ਇਕਸਾਰ। ਸੁਖ ਸੋਏ ਦਾ ਮਤਲਬ ਇਕਸਾਰ। ਹੁਣ ਉੱਠਦਿਆਂ ਬੈਠਦਿਆਂ ਸੌਂਦਿਆਂ ਹਰ ਸਮੇਂ ਇਕਸਾਰ ਸੁਖ ਬਣਿਆ ਰਹਿੰਦਾ ਹੈ, ਪਰ ਉਹ ਬਣਿਆ ਕਿਵੇਂ ਰਹਿੰਦਾ ਹੈ? ਉਹ ਸੁਖ ਕਿਵੇਂ ਰਹਿ ਸਕਦਾ ਜੇ ਕੋਈ ਰਹਿਣਾ ਚਾਹੇ ਤਾਂ? ਨਾਨਕ ਨਾਮ ਸਲਾਹਿਐ ਮਨ ਤਨ ਸ਼ੀਤਲ ਹੋਏ। ਨਾਮ ਸਲਾਹਿਐ ਦਾ ਮਤਲਬ ਜੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਏ, ਰੱਬੀ ਗੁਣ ਗਾਏ ਜਾਣ, ਰੱਬੀ ਹੁਕਮ ਦੇ ਅੰਦਰ ਰਿਹਾ ਜਾਏ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਗੁਣ। ਜੇ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਵੀ ਜਾਏ ਔਰ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਏ, ਗੁਣ ਗਾਏ ਜਾਣ, ਤਾਂ ਉਹਦੇ ਨਾਲ ਮਨ ਔਰ ਤਨ ਠੰਡਾ ਠਾਰ ਹੋ ਜਾਂਦਾ ਹੈ। ਨਾ ਮਨ ਦੇ ਅੰਦਰ ਵਿਕਾਰ ਰਹਿੰਦੇ ਨੇ ਔਰ ਨਾ ਸਰੀਰ ਕਰਕੇ ਬੰਦਾ ਮਾੜੇ ਕਰਮ ਕਰਦਾ ਹੈ। ਯਾਨੀ ਮਾਨਸਿਕ ਔਰ ਸਰੀਰਕ ਸੁਖ ਇਨਸਾਨ ਮਾਣਦਾ ਹੈ ਜੇ ਰੱਬੀ ਰਜਾ ਦੇ ਵਿੱਚ ਤੁਰਿਆ ਜਾਏ ਔਰ ਰੱਬੀ ਗੁਣ ਗਾਏ ਜਾਣ, ਗੁਣਾਂ ਦੇ ਧਾਰਨੀ ਹੋਇਆ ਜਾਏ। ਤਾਂ ਕਿੰਨਾ ਸੌਖਾ ਸਾਧਨ ਹਰ ਪਲ ਸੁਖ ਔਰ ਆਨੰਦ ਮਾਣਨ ਦਾ ਗੁਰੂ ਜੀ ਦੇ ਰਹੇ ਨੇ ਕਿ ਰੱਬੀ ਰਜਾ ਵਿੱਚ ਤੁਰਨਾ ਔਰ ਗੁਣਾਂ ਦੇ ਧਾਰਨੀ ਹੋਣਾ, ਮਨ ਕਰਕੇ, ਵਚਨ ਕਰਕੇ ਔਰ ਕਰਮ ਕਰਕੇ। ਤੇ ਜਿਹੜਾ ਵੀ ਇਨਸਾਨ ਇਸ ਤਰ੍ਹਾਂ ਕਰੇਗਾ ਉਹ ਇਨਸਾਨ ਸੁਖੀ ਔਰ ਸ਼ਾਂਤ ਹੋਏਗਾ। ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰੇਗਾ ਉਹਦੀ ਜ਼ਿੰਦਗੀ ਵਿੱਚ ਦੁੱਖ ਔਰ ਅਸ਼ਾਂਤੀ ਬਣੀ ਰਹੇਗੀ। ਮਹਿਲਾ ਪੰਜਵਾਂ। ਲਾਲਚ ਅਟਿਆ ਨਿਤ ਫਿਰੈ, ਸਵਾਰਥ ਕਰੇ ਨਾ ਕੋਈ। ਇਹਨੂੰ ਅਟਿਆ ਓਲਾ ਜਿਹਾ ਨਹੀਂ ਪੜਨਾ, ਐੜੇ ਉੱਤੇ ਅੱਧਕ ਲਗਾ ਕੇ ਅਟਿਆ। ਅਟਿਆ ਦਾ ਮਤਲਬ ਹੁੰਦਾ ਹੈ ਲਿਬੜਿਆ ਹੋਇਆ, ਭਰਿਆ ਹੋਇਆ। ਲਾਲਚ ਦਾ ਮਤਲਬ ਲਾਲਚ ਨਾਲ, ਲਾਲਚ ਵਿੱਚ। ਤੇ ਸਵਾਰਥ ਦਾ ਮਤਲਬ ਇੱਥੇ ਹੈ ਆਪਣੇ ਭਲੇ ਦਾ ਕੰਮ। ਇੱਥੇ ਸਵਾਰਥ ਦਾ ਮਤਲਬ ਸੈਲਫਿਸ਼ਨੈਸ ਨਹੀਂ ਹੈ। ਇੱਥੇ ਸਵਾਰਥ ਦਾ ਮਤਲਬ ਹੈ ਆਪਣੇ ਭਲੇ ਦਾ ਕੰਮ, ਜੋ ਆਪਣੀ ਜ਼ਿੰਦਗੀ ਦਾ ਗੋਲ ਹੈ, ਜਿਹਦੇ ਰਾਹੀਂ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ, ਜਿਸ ਰਾਹੀਂ ਆਤਮਿਕ ਅਵਸਥਾ ਉੱਚੀ ਹੋ ਸਕਦੀ ਹੈ, ਜਿਸ ਰਾਹੀਂ ਆਤਮਿਕ ਜ਼ਿੰਦਗੀ ਮਿਲ ਸਕਦੀ ਹੈ, ਆਤਮਿਕ ਗੁਣ, ਆਤਮਿਕ ਸੁਖ ਮਿਲ ਸਕਦਾ ਹੈ, ਅੰਦਰ ਦਾ ਖੇੜਾ ਖੁਸ਼ੀ ਮਿਲ ਸਕਦੀ ਹੈ, ਜਿਸ ਨਾਲ ਜੀਵਨ ਸੁਹਾਣਾ ਬਣ ਸਕਦਾ ਹੈ, ਉਹ ਕੰਮ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਮ ਜੋ ਇਨਸਾਨ ਹੈ ਲਾਲਚ ਦੇ ਨਾਲ ਲਿਬੜਿਆ ਹੋਇਆ ਸਦਾ ਭਟਕਦਾ ਰਹਿੰਦਾ ਹੈ, ਫਿਰਦਾ ਰਹਿੰਦਾ ਹੈ। ਆਪਣੇ ਅਸਲੀ ਜਿਹੜਾ ਕੰਮ ਆਉਣ ਵਾਲਾ ਕੰਮ ਹੈ ਉਹ ਨਹੀਂ ਕਰਦਾ। ਹੁਣ ਅਸਲੀ ਆਉਣ ਵਾਲਾ ਕੰਮ ਕੀ ਹੈ? ਉਹ ਹੈ ਸਚਿਆਰ ਹੋਣਾ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ, ਆਪਣੀ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਪੈਦਾ ਕਰਨੀ, ਪ੍ਰਭੂ ਦੇ ਅੰਦਰ ਰੱਬ ਵਿੱਚ ਮਿਲ ਕੇ ਰੱਬ ਵਰਗਾ ਹੋਣਾ। ਇਹ ਕੰਮ ਨਹੀਂ ਕਰਦਾ। ਲਾਲਚ ਦੇ ਅੰਦਰ ਲਿਬੜਿਆ ਫਿਰਦਾ ਹੈ, ਲਾਲਚ ਦੇ ਵਿੱਚ ਹੋਰ ਕੰਮ ਕਰੀ ਜਾਏਗਾ, ਤੀਰਥਾਂ ਤੇ ਨਹਾਏਗਾ, ਵਰਤ ਸਰਾਧ ਨਰਾਤੇ ਕਰ ਲਏਗਾ, ਜਪ ਤਪ ਸੰਜਮ ਸਾਧਦਾ ਫਿਰੇਗਾ, ਹੋਰ ਜੋ ਲਾਲਚਾਂ ਕਰਕੇ ਦੂਜਿਆਂ ਦੀ ਪ੍ਰੋਪਰਟੀ ਦਬਾਉਂਦਾ ਫਿਰੇਗਾ, ਬਿਗਾਨੇ ਹੱਕ ਖਾਏਗਾ, ਈਰਖਾ, ਚੁਗਲੀ, ਨਿੰਦਾ, ਇਹ ਸਾਰਾ ਕੁਝ ਕਰਦਾ ਫਿਰਦਾ ਬੰਦਾ। ਲੇਕਿਨ ਸਵਾਰਥ ਜੋ ਆਪਣੇ ਭਲੇ ਦਾ ਕੰਮ ਹੈ, ਜਿਹਦੇ ਨਾਲ ਆਪਣਾ ਭਲਾ ਹੋਣਾ ਹੈ, ਉਹ ਕੰਮ ਨਹੀਂ ਕਰਦਾ। ਹੁਣ ਦੇਖੋ ਕਿੰਨੀ ਸਾਫ਼ ਸੁਥਰੀ ਗੱਲ ਹੈ
कि साडा भला किवें हो सकदा है, साडा अपना भी, परिवारां दा, संसार दा, समाज दा भला किवें हो सकदा है जे असीं सच दे धारनी होईए, एक दूजे दी हैल्प करिए, एक दूजे नाल प्यार करिए, साडा वतीरा शुभ होवे, ਇਹਦੇ ਵਿੱਚ ਸਾਡਾ ਭਲਾ ਹੈ। ਹੁਣ ਇਹ ਕੰਮ ਤੇ ਕੋਈ ਕਰਦਾ ਨਹੀਂ, ਬਾਕੀ ਦੇ ਸਾਰੇ ਜਿਹੜੇ ਨੇ ਪੁੱਠੇ ਕੰਮ ਬੰਦਾ ਕਰਦਾ, ਭਟਕਦਾ ਰਹਿੰਦਾ। ਹੁਣ ਚੰਗੇ ਕਰਮ ਕੌਣ ਕਰੇਗਾ? ਜੇ ਅਸੀਂ ਚਾਹੀਏ ਕਿ ਅਸੀਂ ਚੰਗੇ ਕੰਮ ਕਰੀਏ, ਜੋ ਆਪਣੇ ਭਲੇ ਦਾ ਕੰਮ ਹੈ ਉਹ ਕਰੀਏ, ਤੇ ਉਹ ਕੰਮ ਕੌਣ ਕਰਦਾ ਹੈ? ਜਿਸ ਗੁਰ ਭੇਟੈ ਨਾਨਕਾ ਤਿਸ ਮਨ ਵਸਿਆ ਸੋਏ। ਭੇਟੇ ਦਾ ਮਤਲਬ ਮਿਲਦਾ ਹੈ, ਸੋਏ ਦਾ ਮਤਲਬ ਉਹ, ਤਿਸ ਮਨ ਦਾ ਮਤਲਬ ਉਸ ਮਨੁੱਖ ਦੇ ਮਨ ਵਿੱਚ। ਜਿਸ ਗੁਰ ਭੇਟੈ ਨਾਨਕਾ, ਹੇ ਨਾਨਕ, ਜਿਸ ਮਨੁੱਖ ਨੂੰ ਸਤਿਗੁਰੂ ਮਿਲਦਾ ਹੈ, ਯਾਨੀ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਜੋ ਗੁਰੂ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਤਿਸ ਮਨ ਵਸਿਆ ਸੋਏ, ਉਸ ਮਨੁੱਖ ਦੇ ਮਨ ਦੇ ਅੰਦਰ ਪ੍ਰਭੂ ਵਸ ਜਾਂਦਾ ਹੈ। ਪ੍ਰਭੂ ਵਸ ਜਾਂਦਾ ਹੈ ਮਤਲਬ ਉਹਦੇ ਮਨ ਦੇ ਅੰਦਰ ਰੱਬੀ ਗੁਣ ਵਸਦੇ ਨੇ, ਉਹਦੀ ਸੋਚ ਦੇ ਅੰਦਰ ਹੁਕਮ ਦਾ ਪਿਆਰ ਵਸਦਾ ਹੈ, ਉਹ ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਦੀ ਮਾਨਸਿਕਤਾ, ਉਹਦੀ ਸੋਚ ਦੇ ਅੰਦਰ ਰੱਬੀ ਗੁਣ ਵਸ ਜਾਂਦੇ ਨੇ, ਔਰ ਉਹ ਇਨਸਾਨ ਫਿਰ ਆਪਣਾ ਜਿਹੜਾ ਭਲੇ ਦਾ ਕੰਮ ਹੈ ਕਰਦਾ ਹੈ। ਕੌਣ ਕਰੇਗਾ ਭਲੇ ਦਾ ਕੰਮ ਜੀ? ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲਏਗਾ, ਗੁਰੂ ਗਿਆਨ ਦੀ ਅਗਵਾਈ ਵਿੱਚ ਜ਼ਿੰਦਗੀ ਜੀਵੇਗਾ। ਜੇ ਸੌਖੇ ਸ਼ਬਦਾਂ ਵਿੱਚ ਅਸੀਂ ਸਮਝਣਾ ਹੋਵੇ ਆਪਣੇ ਵਾਸਤੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਜੋ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਜੋ ਇਸ ਵੇ ਆਫ ਲਾਈਫ ਨੂੰ ਅਪਣਾਏਗਾ, ਉਹਦੇ ਮਨ ਦੇ ਅੰਦਰ ਇਹ ਰੱਬੀ ਗੁਣ ਵਸ ਜਾਣਗੇ। ਉਹ ਅਸਲ ਦੇ ਅੰਦਰ ਆਪਣੇ ਭਲੇ ਦਾ ਕੰਮ ਔਰ ਸੰਸਾਰ ਦੇ ਭਲੇ ਦਾ ਕੰਮ ਕਰ ਰਿਹਾ ਹੋਵੇਗਾ। ਪੌੜੀ, ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ। ਗੁਰੂ ਜੀ ਕਹਿੰਦੇ ਨੇ ਸਾਰੀਆਂ ਵਸਤੂਆਂ ਕੌੜੀਆਂ ਨੇ, ਸੱਚੇ ਨਾਉ ਮਿੱਠੇ ਦਾ ਮਤਲਬ ਸੱਚੇ ਪ੍ਰਭੂ ਦਾ ਜੋ ਨਾਮ ਹੈ, ਹੁਕਮ ਹੈ, ਗੁਣ ਨੇ, ਉਹ ਮਿੱਠਾ ਹੈ, ਉਹ ਮਿਠਾਸ ਭਰਿਆ ਹੈ। ਬਾਕੀ ਦੀਆਂ ਵਸਤੂਆਂ ਕੌੜੀਆਂ ਨੇ, ਉਹਨਾਂ ਵਿੱਚ ਕੁੜੱਤਨ ਹੈ, ਜੀਵਨ ਦੀ ਮਿਠਾਸ ਨਹੀਂ ਹੈ। ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਤਾਂ ਇਹਨਾਂ ਦੀ ਗਲਤ ਵਰਤੋਂ ਕੁੜੱਤਨ ਭਰੀ ਹੈ। ਈਰਖਾ, ਦੁਐਸ਼ ਹੈ, ਇਹ ਕੁੜੱਤਨ ਭਰੇ ਨੇ, ਇਹਨਾਂ ਵਿੱਚ ਆਤਮਿਕ ਜੀਵਨ ਨਹੀਂ ਹੈ। ਜਿੰਨੇ ਵੀ ਬਾਕੀ ਦੇ ਅਸੀਂ ਕਰਮ ਕਾਂਡ ਕਰਦੇ ਹਾਂ, ਚਾਹੇ ਉਹ ਜਪ ਤਪ ਸੰਜਮ ਨੇ, ਵਿਖਾਵੇ ਦੇ, ਜਾਂ ਵਿਖਾਵੇ ਦੀ ਪਾਠ ਪੂਜਾ ਹੈ, ਜਾਂ ਵਿਖਾਵੇ ਦਾ ਪੁੰਨ ਦਾਨ ਹੈ, ਜਾਂ ਵਿਖਾਵੇ ਤੇ ਤੀਰਥ ਯਾਤਰਾਵਾਂ ਨੇ, ਇਹਨਾਂ ਦੇ ਵਿੱਚ ਜੀਵਨ ਦੀ ਮਿਠਾਸ ਨਹੀਂ ਹੈ। ਸੱਚੇ ਪ੍ਰਭੂ ਦਾ ਜੋ ਨਾਮ ਦਾ ਮਤਲਬ ਹੁਕਮ ਹੈ, ਉਹ ਮਿੱਠਾ ਹੈ, ਉਹਦੇ ਵਿੱਚ ਮਿਠਾਸ ਹੈ। ਜੇ ਹੁਕਮ ਰਜ਼ਾਈ ਚੱਲੇ ਬੰਦਾ, ਉਹ ਖਜ਼ਾਨੇ ਵਿੱਚ ਪੈ ਜਾਂਦਾ ਹੈ। ਹੁਕਮ ਰਜ਼ਾਈ ਜੋ ਚੱਲੇ ਸੋ ਪਵੇ ਖਜ਼ਾਨੇ। ਜੋ ਰੱਬੀ ਗੁਣ ਨੇ ਉਹ ਮਿੱਠੇ ਨੇ। ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਗੁਣ ਪ੍ਰਭੂ ਦੇ ਬਿਆਨ ਕੀਤੇ ਗਏ ਨੇ, ਉਹ ਮਿੱਠੇ ਨੇ। ਜੇ ਉਹਨਾਂ ਨੂੰ ਅਸੀਂ ਮਾਣੀਏ, ਅਮਲ ਵਿੱਚ ਲਿਆਈਏ, ਤਾਂ ਜ਼ਿੰਦਗੀ ਵਿੱਚ ਮਿਠਾਸ ਆਏਗੀ। ਉਹ ਪ੍ਰਭੂ ਦਾ ਜਿਹੜਾ ਸ਼ੁਭ ਹੁਕਮ ਹੈ, ਉਹ ਮਿੱਠਾ ਹੈ। ਪਰ ਇਸ ਮਿਠਾਸ ਨੂੰ ਜਾਣਦਾ ਕੌਣ ਹੈ? ਸਾਧ ਆਇਆ ਤਿੰਨ ਹਰ ਜਨਾ, ਚੱਕ ਸਾਧੀ ਡਿੱਠਾ। ਇੱਥੇ ਸਾਧੀ ਨਹੀਂ ਬੋਲਣਾ, ਤਾਂ ਦੇਦੀ ਬਿਹਾਰੀ ਨਾਲ ਬਿੰਦੀ ਲਾਵਾਂਗੇ। ਸਾਧੀ, ਸਾਧੀ ਦਾ ਮਤਲਬ ਸਾਧਾਂ ਨੇ, ਸਚਿਆਰਾਂ ਨੇ, ਜਿਹੜੇ ਰੱਬ ਦੀ ਚਰਨਾਂ ਦੀ ਸ਼ਰਨ ਜਿਨ੍ਹਾਂ ਨੇ ਲਈ ਹੈ, ਜੋ ਹੁਕਮ ਰਜ਼ਾਈ ਚੱਲਦੇ ਨੇ। ਚੱਕ ਸਾਧੀ ਡਿੱਠਾ, ਕਿ ਰੱਬ ਦੇ ਜੋ ਪਿਆਰੇ ਨੇ, ਉਹਨਾਂ ਨੇ ਇਹਨੂੰ ਚੱਖ ਕੇ ਵੇਖਿਆ ਹੈ, ਯਾਨੀ ਉਹਨਾਂ ਨੇ ਅਮਲ ਕੀਤਾ ਹੈ, ਔਰ ਉਹਨਾਂ ਨੇ ਇਸ ਸਵਾਦ ਨੂੰ ਮਾਣਿਆ ਹੈ, ਉਹਨਾਂ ਨੂੰ ਇਹਦਾ ਰਸ ਆਇਆ ਹੈ, ਕਿਉਂਕਿ ਉਹਨਾਂ ਨੇ ਚੱਖ ਕੇ ਵੇਖਿਆ, ਉਹਨਾਂ ਨੇ ਫਿਰ ਇਸ ਸਵਾਦ ਨੂੰ ਮਾਣਿਆ ਹੈ। ਹੁਣ ਕਿਵੇਂ ਮਾਣਿਆ ਹੈ? ਜਿੰਨੇ ਵੀ ਅਸੀਂ ਅਰਦਾਸ ਦੇ ਅੰਦਰ ਰੋਜ਼ ਨਾਮ ਲੈਂਦੇ ਆ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਅਸੀਂ ਇਹ ਸਾਰੀ ਸ਼ਬਦਾਵਲੀ ਰੋਜ਼ ਪੜ੍ਹਦੇ ਹਾਂ। ਕਿੰਨਾ ਮਾਣ ਮੱਤਿਆ ਇਤਿਹਾਸ ਹੈ। ਉਹਨਾਂ ਲੋਕਾਂ ਨੇ ਰੱਬ ਦੀ ਰਜ਼ਾ ਨੂੰ ਮਾਣਿਆ ਹੈ, ਔਰ ਉਹਦੇ ਰਸ ਨੂੰ ਮਾਣਿਆ। ਉਹਨਾਂ ਨੂੰ ਆਰੇ ਦੇ ਨਾਲ ਚਿਰ ਕੇ ਵੀ ਆਨੰਦ ਆਇਆ ਨਾ, ਕਿੰਨੀ ਖੁਸ਼ੀ। ਆਰੇ ਨਾਲ ਚਿਰ ਕੇ ਵੀ ਉਹ ਖੁਸ਼ੀ ਮਾਣ ਰਹੇ ਨੇ ਕਿ ਲੋਕਾਂ ਦਾ ਹੱਕ ਲੋਕਾਂ ਨੂੰ ਮਿਲੇ। ਰਜਾ ਦੇ ਅੰਦਰ ਤੁਰਨ ਦਾ ਕੀ ਰਸ ਹੈ,
ਇਹ ਤਾਂ ਉਹੀ ਦੱਸ ਸਕਦਾ ਹੈ ਜਿਨਨੇ ਮਾਣਿਆ ਹੈ। ਤਾਂ ਰੱਬ ਦੇ ਜੋ ਪਿਆਰੇ ਨੇ ਉਹ ਰੱਬੀ ਰਜ਼ਾ ਦੇ ਵਿੱਚ ਤੁਰਦੇ ਨੇ, ਉਹਨਾਂ ਨੂੰ ਇਹਦਾ ਰਸ ਆਉਂਦਾ ਹੈ ਤੇ ਉਹ ਰਸ ਮਾਣਦੇ ਨੇ। ਹੁਣ ਇਹਦਾ ਮਤਲਬ ਇਹੀ ਨਾ ਸਮਝ ਲੈਣਾ ਕਿ ਸਿਰਫ ਜਿਹੜਾ ਇਹ ਕਸ਼ਟ ਨੂੰ ਸਹਾਰੇਗਾ ਉਹ ਹੀ ਰਸ ਨੂੰ ਮਾਣੇਗਾ। ਇਹ ਸ਼ਿਖਰ ਹੈ, ਜਿਹੜਾ ਇਸ ਰਸ ਨੂੰ ਮਾਣੇਗਾ ਉਹ ਸ਼ਹੀਦੀ ਦੇਣ ਤੋਂ ਡਰੇਗਾ ਨਹੀਂ। ਲੇਕਿਨ ਹੁਕਮ ਦੇ ਅੰਦਰ ਜਦੋਂ ਅਸੀਂ ਤੁਰਾਂਗੇ ਤਾਂ ਅਸੀਂ ਰਸ ਉਸ ਨੂੰ ਮਾਣ ਸਕਦੇ ਹਾਂ। ਕਿਵੇਂ? ਜਿਵੇਂ ਅਸੀਂ ਰੋਜ਼ ਮੈਂ ਬੇਨਤੀ ਕਰ ਰਿਹਾ ਕਿ ਘਰ ਪਰਿਵਾਰ ਦੇ ਵਿੱਚ ਹੁਕਮ ਵਿੱਚ ਰਹਿਣਾ ਕੀ ਹੈ? ਪਤੀ ਪਤਨੀ ਨੇ, ਭੈਣ ਭਰਾ, ਬੱਚੇ ਨੇ ਆਪੋ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨ, ਇਸ ਹੁਕਮ ਰਜ਼ਾ ਦੇ ਵਿੱਚ ਰਹਿਣ। ਅਸੀਂ ਅੱਖਾਂ ਨਾਲ ਸੱਚ ਵੇਖੀਏ, ਕੰਨਾਂ ਨਾਲ ਸੱਚ ਸੁਣੀਏ, ਜ਼ਬਾਨ ਨਾਲ ਸੱਚ ਬੋਲੀਏ, ਪਿਆਰ ਵਾਲੇ ਬੋਲ ਬੋਲੀਏ, ਇਹਨਾਂ ਨੂੰ ਅਮਲ ਵਿੱਚ ਲਿਆਈਏ। ਇਹੀ ਹੈ ਹੁਕਮ ਪ੍ਰਭੂ ਦਾ। ਤਾਂ ਸਾਨੂੰ ਵੀ ਰਸ ਆਏਗਾ। ਜਿਹੜੀ ਚੀਜ਼ ਚੱਖਾਂਗੇ ਰਸ ਤੇ ਉਹਦਾ ਹੀ ਆਉਣਾ ਹੈ ਨਾ। ਜੇ ਅਸੀਂ ਨਿੰਦਾ ਕਰਾਂਗੇ ਤੇ ਰਸ ਨਿੰਦਿਆ ਦਾ ਆਏਗਾ, ਝੂਠ ਬੋਲਾਂਗੇ ਤੇ ਰਸ ਫਲ ਝੂਠ ਦਾ ਮਿਲੇਗਾ। ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੇ ਰੱਬੀ ਗੁਣਾਂ ਨੂੰ ਅਪਣਾਇਆ ਹੈ, ਉਹਨਾਂ ਨੇ ਰੱਬੀ ਰਜ਼ਾ ਦੇ ਮਹਾਨਤਾ ਨੂੰ ਸਮਝਿਆ ਹੈ, ਉਹਨਾਂ ਨੇ ਇਸ ਰਸ ਨੂੰ ਚੱਖ ਕੇ ਵੇਖਿਆ ਹੈ ਔਰ ਉਹਨਾਂ ਨੇ ਇਸ ਰਸ ਨੂੰ ਮਾਣਿਆ ਹੈ। ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੈ ਉਠਾ, ਜਿਸ ਦੇ ਪਾਰ ਬ੍ਰਹਮ ਦੇ ਹੁਕਮ ਵਿੱਚ ਜਿਸ ਤੇ ਮਸਤਕ ਤੇ ਲੇਖ ਲਿਖੇ ਨੇ, ਉਹਦੇ ਮਨ ਦੇ ਅੰਦਰ ਹੀ ਪਾਰ ਬ੍ਰਹਮ ਆਵਸਿਆ ਹੈ। ਉਸੇ ਮਨੁੱਖ ਦੇ ਮਨ ਵਿੱਚ ਇਹ ਸਵਾਦ ਆ ਕੇ ਵਸਦਾ ਹੈ। ਮਨ ਤਿਸੈ ਉਠਾ, ਇਹ ਰਸ ਉਹਦੇ ਮਨ ਵਿੱਚ ਆ ਵਸਦਾ ਹੈ ਜਿਹਦੇ ਮਸਤਕ ਤੇ ਪਾਰ ਬ੍ਰਹਮ ਨੇ ਲਿਖਿਆ ਹੈ। ਹੁਣ ਇਹ ਪਾਰ ਬ੍ਰਹਮ ਦਾ ਲਿਖਣਾ, ਇਹ ਚੀਜ਼ ਨੂੰ ਸਮਝਣਾ ਹੈ ਆਪਾਂ। ਵੈਸੇ ਤੇ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ, ਪਾਰ ਬ੍ਰਹਮ ਦੇ ਹੁਕਮ ਦੇ ਅੰਦਰ ਲਿਖਿਆ ਜਾ ਰਿਹਾ ਹੈ ਸਾਡੇ ਮਸਤਕ ਤੇ। ਕੀ ਲਿਖਿਆ ਜਾ ਰਿਹਾ ਹੈ? ਇਹ ਨਹੀਂ ਕਿ ਪੈਨ ਕਾਪੀ ਨਾਲ। ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੋਚਦੇ ਹਾਂ, ਸਾਡੇ ਅੰਦਰ ਉਹ ਸੰਸਕਾਰ ਪੈਦਾ ਹੋਈ ਜਾਂਦੇ ਨੇ, ਥੋੜੇ 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 ਥੋੜੇ। ਉਹ ਲਿਖਿਆ ਜਾ ਰਿਹਾ ਹੈ, ਸੰਸਕਾਰ ਪੈਦਾ ਹੋਈ ਜਾ ਰਹੇ ਨੇ, ਸਾਡਾ ਸੁਭਾਅ ਬਣਦਾ ਜਾ ਰਿਹਾ ਹੈ। ਫਿਰ ਉਹ ਸਾਡਾ ਸੁਭਾਅ ਪੱਕਾ ਹੋ ਜਾਂਦਾ ਹੈ। ਆਦਤਾਂ ਪੱਕ ਜਾਂਦੀਆਂ ਨੇ ਔਰ ਫਿਰ ਉਹਨਾਂ ਆਦਤਾਂ ਮੁਤਾਬਕ ਬੰਦਾ ਜ਼ਿੰਦਗੀ ਜੀਂਦਾ ਹੈ, ਬਿਹੇਵੀਅਰ ਕਰਦਾ ਹੈ, ਤੇ ਉਸ ਬਿਹੇਵੀਅਰ ਦਾ ਹੀ ਉਹਨੂੰ ਫਲ ਮਿਲਦਾ ਹੈ। ਹੁਣ ਜਿਨ੍ਹਾਂ ਨੇ ਰੱਬੀ ਰਜ਼ਾ ਦੇ ਅੰਦਰ ਇਹ ਸ਼ੁਭ ਲੇਖ ਲਿਖੇ ਨੇ, ਸ਼ੁਭ ਗੁਣਾਂ ਵਾਲੇ, ਜੋ ਹਰ ਰੋਜ਼ ਸ਼ੁਭ ਸੋਚਦੇ ਨੇ, ਸ਼ੁਭ ਬੋਲਦੇ ਨੇ, ਸ਼ੁਭ ਕਰਦੇ ਨੇ, ਉਹਨਾਂ ਦੀਆਂ ਇਹ ਆਦਤਾਂ ਬਣ ਜਾਂਦੀਆਂ ਨੇ, ਸੁਭਾਅ ਬਣ ਜਾਂਦਾ ਹੈ। ਉਸ ਸੁਭਾਅ ਮੁਤਾਬਕ ਫਿਰ ਉਹ ਬਿਹੇਵੀਅਰ ਕਰਦੇ ਨੇ, ਜ਼ਿੰਦਗੀ ਜੀਂਦੇ ਨੇ, ਤੇ ਉਸ ਬਿਹੇਵੀਅਰ ਦਾ ਹੀ ਫਿਰ ਉਹਨਾਂ ਨੂੰ ਫਲ ਮਿਲਦਾ ਹੈ, ਚੰਗਾ ਜਾਂ ਮੰਦਾ। ਤਾਂ ਹੁਣ ਅਸੀਂ ਉਸ ਰਸ ਵਾਲੇ ਲੇਖ ਲਿਖ ਰਹੇ ਹਾਂ ਜਾਂ ਬੇਰਸੀ ਵਾਲੇ ਲਿਖ ਰਹੇ ਹਾਂ, ਇਹ ਸਾਡੇ ਤੇ ਡਿਪੈਂਡ ਕਰੇਗਾ। ਜੇ ਅਸੀਂ ਫਿੱਕਾ ਬੋਲਦੇ ਹਾਂ, ਹੰਕਾਰ ਭਰੇ ਬੋਲ ਬੋਲਦੇ ਹਾਂ, ਨੈਗੇਟਿਵ ਸਾਡੀ ਥਿੰਕਿੰਗ ਹੈ, ਨਕਾਰਾਤਮਕ ਸੋਚ, ਤਾਂ ਫਿਰ ਕੀ ਹੋਏਗਾ? ਇਹਦਾ ਰਸ ਕੀ ਆਏਗਾ? ਫਿੱਕਾ। ਇਹਦਾ ਰਸ ਫਿੱਕਾ ਆਏਗਾ, ਬੇਰਸੀ ਜ਼ਿੰਦਗੀ ਹੋ ਜਾਏਗੀ, ਕਿਉਂਕਿ ਅਸੀਂ ਬੇਰਸੀ ਵਾਲੇ ਲੇਖ ਲਿਖ ਰਹੇ ਹਾਂ। ਤੇ ਜੇ ਅਸੀਂ ਚੰਗਾ ਸੋਚਦੇ ਹਾਂ, ਭਲਾ ਸੋਚਦੇ ਹਾਂ, ਭਲਾ ਬੋਲਦੇ ਹਾਂ, ਭਲਾ ਕਰਦੇ ਹਾਂ, ਤਾਂ ਇਹਦੇ ਨਾਲ ਜ਼ਿੰਦਗੀ ਦੇ ਅੰਦਰ ਰਸ ਆਏਗਾ, ਰਸ ਮਨ ਦੇ ਅੰਦਰ ਆਵਸੇਗਾ। ਇੱਕ ਨਿਰੰਜਨ ਰਵ ਰਹਿਆ ਭਾਉ ਦੁਇਆ ਉਠਾ। ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ। ਰਵ ਰਹਿਆ ਦਾ ਮਤਲਬ ਹਰ ਥਾਂ ਵਿਆਪਕ ਹੈ, ਇਹ ਚੀਜ਼ ਦਿਸਦੀ ਹੈ। ਭਾਉ ਦੁਇਆ ਦਾ ਮਤਲਬ ਦੂਜਾ। ਉਠਾ ਦਾ ਮਤਲਬ ਨਾਸ ਹੋ ਗਿਆ, ਖਤਮ ਹੋ ਗਿਆ। ਐਸੇ ਜਿਹੜੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸ਼ੁਭ ਗੁਣ ਵਸਾਏ ਨੇ, ਹਰੀ ਰਸ ਨੂੰ ਮਾਣਿਆ ਹੈ, ਰੱਬੀ ਰਜ਼ਾ ਵਿੱਚ ਤੁਰੇ ਨੇ, ਆਪਣਾ ਜੀਵਨ ਐਸਾ ਬਣਾਇਆ ਹੈ, ਉਹਨਾਂ ਦੀ ਜ਼ਿੰਦਗੀ ਫਿਰ ਕੈਸੀ ਹੈ ਕਿ ਮਾਇਆ ਤੋਂ ਰਹਿਤ ਪ੍ਰਭੂ ਉਹਨਾਂ ਨੂੰ ਹਰ ਥਾਂ ਤੇ ਵਿਆਪਕ ਦਿਸਦਾ ਹੈ। ਉਹ ਵੇਖਦੇ ਨੇ ਕਿ ਚਾਰ ਚੁਫੇਰੇ ਪ੍ਰਭੂ ਪਸਰਿਆ ਹੋਇਆ ਹੈ, ਉਹਨਾਂ ਨੂੰ ਨਜ਼ਰ ਨਹੀਂ ਪੈ ਜਾਂਦਾ ਹੈ ਕੁਦਰਤ ਦੇ ਅੰਦਰ ਕਰਤਾ ਅਵਸਥਾ। ਜੋ ਦੀਸੈ ਸੋ ਤੇਰਾ ਰੂਪ, ਇਹ ਉਹਨਾਂ ਦੀ ਜ਼ਬਾਨ ਤੋਂ ਫਿਰ ਨਿਕਲਦਾ ਹੈ। ਭਾਵ ਦੁਆ ਕੁੱਠਾ, ਉਹਨਾਂ ਦੀ ਜ਼ਿੰਦਗੀ ਚੋਂ ਦ્વੈਤ ਭਾਵ ਜਿਹੜੀ ਹੈ ਉਹ ਖਤਮ ਹੋ ਜਾਂਦਾ ਹੈ, ਦੂਜਾ ਭਾਵ ਨਾਸ ਹੋ ਜਾਂਦਾ ਹੈ। ਔਰ ਇਸ ਦ્વੈਤ ਨੂੰ ਖਤਮ ਕਰਨਾ ਇਹ ਔਖਾ ਹੈ। ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ
धरती और आकाश में दोए तू बरी अबद खट दर्शन संसे परे और 6 दर्शनां नूं मनन वाले 84 सिद्ध होर दुनिया तेरे पाए हुए संਸਿयां दे अंदर पई भटकदी है। द्वैत तू बहुत औखी है बननी। हुण देखो सिंपल गल है, ਜਿਹੋ ਜਿਹਾ ਵਿਹਾਰ ਅਸੀਂ ਆਪਣੇ ਲਈ ਕਰਦੇ ਹਾਂ, ਚਾਹੁੰਦੇ ਹਾਂ ਕਿ ਅਸੀਂ ਸੇਮ ਬਿਹੇਵੀਅਰ ਦੂਜੇ ਨਾਲ ਕਰਦੇ ਹਾਂ। ਜੈਸੇ ਅਸੀਂ ਬੋਲ ਚਾਹੁੰਦੇ ਹਾਂ ਕੋਈ ਸਾਡੇ ਵਾਸਤੇ ਬੋਲੇ, ਕਿ ਸੇਮ ਸਾਡੀ ਵਰਡਿੰਗ ਦੂਜੇ ਲਈ ਹੁੰਦੀ ਹੈ। ਜਿਹੜੇ ਅਸੀਂ ਸੁੱਖ ਆਪਣੇ ਵਾਸਤੇ ਚਾਹੁੰਦੇ ਹਾਂ, ਕਿ ਸਾਡੀ ਸੋਚ ਹੈ ਕਿ ਦੂਜਿਆਂ ਦੇ ਕੋਲ ਵੀ ਇਹ ਸੁੱਖ ਸਾਧਨ ਹੋਣ ਤੇ ਅਸੀਂ ਉਹਨਾਂ ਵਾਸਤੇ ਵੀ ਐਸਾ ਕੋਈ ਉਪਰਾਲਾ ਕਰੀਏ। ਜਿਨ੍ਹਾਂ ਦੇ ਅੰਦਰ ਹੈ ਤਾਂ ਉਹਨਾਂ ਦੇ ਅੰਦਰੋਂ ਦੁਵੈਤ ਖਤਮ ਹੋ ਗਈ ਹੈ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ। ਪਰ ਬਹੁ ਗਿਣਤੀ ਜਿਹੜੀ ਐਸੀ ਨਹੀਂ ਹੈ, ਬਹੁ ਗਿਣਤੀ ਤਾਂ ਦੁਵੈਤ ਵਿੱਚ ਹੈ। ਕਿੰਨੇ ਕੁ ਲੋਕ ਐਸੇ ਮਿਲਦੇ ਨੇ ਜੋ ਅੰਦਰੋਂ ਬਾਹਰੋਂ ਇੱਕ ਨੇ, ਯਾਨੀ ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹਨ। ਹੈ ਨੇ ਐਸੇ ਲੋਕ ਜੋ ਅੰਦਰੋਂ ਬਾਹਰੋਂ ਇੱਕ ਨੇ, ਮੁਬਾਰਕ ਹੈ ਉਹਨਾਂ ਦੀ ਜ਼ਿੰਦਗੀ। ਜੇ ਸਾਡੀ ਗਿਣਤੀ ਉਹਨਾਂ ਵਿੱਚ ਆਉਂਦੀ ਹੈ ਤਾਂ ਮੁਬਾਰਕ ਹੈ ਜ਼ਿੰਦਗੀ। ਪਰ ਜੇ ਅਸੀਂ ਅੰਦਰੋਂ ਹੋਰ ਹਾਂ ਬਾਹਰੋਂ ਹੋਰ ਹਾਂ ਤਾਂ ਇਸੇ ਨੂੰ ਦੂਜਾ ਭਾਵ ਕਹਿੰਦੇ ਨੇ, ਅੰਦਰੋਂ ਹੋਰ ਬਾਹਰੋਂ ਹੋਰ। ਆਪਣੇ ਨਾਲ ਬਿਹੇਵ ਦੂਜੀ ਤਰ੍ਹਾਂ ਦਾ, ਦੂਜੇ ਨਾਲ ਦੂਜੀ ਤਰ੍ਹਾਂ ਦਾ, ਤਾਂ ਉਹਨਾਂ ਦੇ ਅੰਦਰੋਂ ਦੁਵੈਤ ਭਾਵ ਖਤਮ ਹੋ ਜਾਂਦਾ ਹੈ। ਉਹ ਅੰਦਰੋਂ ਬਾਹਰੋਂ ਇੱਕ ਹੁੰਦੇ ਨੇ, ਉਹਨਾਂ ਦਾ ਬਿਹੇਵੀਅਰ ਸਭ ਨਾਲ ਇੱਕ ਹੁੰਦਾ ਹੈ। ਉਹਨਾਂ ਨੂੰ ਚਾਰ ਚਫੇਰੇ ਵਸਦਾ ਇੱਕ ਪ੍ਰਭੂ ਨਜ਼ਰੀ ਪੈਂਦਾ ਹੈ। ਉਹਨਾਂ ਦੀ ਜ਼ਿੰਦਗੀ ਚੋਂ ਦੂਜਾ ਭਾਵ ਖਤਮ ਹੋ ਜਾਂਦਾ ਹੈ। ਉਹਨਾਂ ਦੇ ਜੀਵਨ ਵਿੱਚ ਵਿਕਾਰਾਂ ਦਾ ਪ੍ਰੇਮ ਨਹੀਂ ਰਹਿੰਦਾ। ਉਹਨਾਂ ਦੀ ਜ਼ਿੰਦਗੀ ਵਿੱਚ ਸਿਰਫ ਗੁਣਾਂ ਦਾ ਪਿਆਰ ਹੈ, ਔਰ ਉਹ ਸਭ ਦੇ ਅੰਦਰ ਇੱਕ ਨੂੰ ਵੇਖ ਕੇ ਇੱਕ ਜੈਸਾ ਵਿਹਾਰ ਕਰਦੇ ਨੇ। ਹਰ ਨਾਨਕ ਮੰਗੈ ਜੋੜ ਕਰ ਪ੍ਰਭ ਦੇਵੈ ਤੁਠਾ। ਗੁਰੂ ਜੀ ਪਾਵਨ ਬਚਨ ਕਰਦੇ ਨੇ ਕਿ ਮੈਂ ਵੀ ਹੱਥ ਜੋੜ ਕੇ ਪ੍ਰਭੂ ਤੋਂ ਇਹ ਦਾਤ ਮੰਗਦਾ ਹਾਂ ਕਿ हे ਪ੍ਰਭੂ ਮੇਰੇ ਅੰਦਰੋਂ ਵੀ ਦੁਵੈਤ ਭਾਵ ਖਤਮ ਹੋਵੇ, ਮੈਨੂੰ ਵੀ ਤੇਰੇ ਹੁਕਮ ਦੀ ਸੂਝ ਆਏ, ਮੈਂ ਤੇਰੇ ਹੁਕਮ ਵਿੱਚ ਤੁਰਾਂ, ਤੇਰੇ ਹੁਕਮ ਦੇ ਰਸ ਨੂੰ ਮਾਣਾ, ਤੇਰੇ ਗੁਣ ਗਾਵਾਂ ਔਰ ਤੇਰੇ ਵਿੱਚ ਮੈਂ ਅਭੇਦ ਹੋਵਾਂ, ਮੈਂ ਐਸੀ ਜ਼ਿੰਦਗੀ ਜੀਵਾਂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਹੱਥ ਜੋੜ ਕੇ ਇਹ ਮੰਗ ਮੰਗਦਾ ਹਾਂ। ਹਰ ਨਾਨਕ ਮੰਗੈ ਜੋੜ ਕਰ, ਕਰ ਦਾ ਮਤਲਬ ਹੱਥ, ਹੱਥ ਜੋੜ ਕੇ ਨਾਨਕ ਮੰਗਦਾ ਹੈ, ਕਿਉਂਕਿ ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਹੈ। ਤੇ ਗੁਰੂ ਜੀ ਕਹਿੰਦੇ ਨੇ ਜੋ ਵੀ ਇਹ ਮੰਗ ਮੰਗਦਾ ਹੈ ਪ੍ਰਭ ਦੇਵੈ ਤੁਠਾ। ਦੇਵੇ ਦਾ ਮਤਲਬ ਦਿੰਦਾ ਹੈ, ਤੁਠਾ ਦਾ ਮਤਲਬ ਪ੍ਰਸੰਨ ਹੋ ਕੇ, ਰੱਬ ਖੁਸ਼ ਹੋ ਕੇ ਉਹਨੂੰ ਦਾਤ ਦੇ ਦਿੰਦਾ ਹੈ। ਜਿਹੜਾ ਵੀ ਮੰਗਦਾ ਹੈ ਰੱਬ ਉਹਨੂੰ ਖੁਸ਼ ਹੋ ਕੇ ਦਾਤ ਦੇ ਦਿੰਦਾ ਹੈ, ਦੇਰ ਨਹੀਂ ਲਾਉਂਦਾ। ਜਦੋਂ ਮੰਗੋਗੇ ਉਦੋਂ ਮਿਲ ਜਾਏਗੀ, ਕਿਉਂਕਿ ਰੱਬ ਦੂਰ ਨਹੀਂ ਬੈਠਾ, ਤੁਹਾਡੇ ਅੰਦਰ ਬੈਠਾ ਹੈ। ਤੇ ਆਪਣੇ ਅੰਦਰਲੇ ਬੈਠੇ ਤੋਂ ਮੰਗੋ ਖਾਂ ਅੱਜ, ਕਿ ਅੱਜ ਮੈਂ ਸਾਰਾ ਦਿਨ ਪ੍ਰੇਮ ਨਾਲ ਰਹਿਣਾ ਹੈ, ਅੱਜ ਮੈਂ ਸਾਰਾ ਦਿਨ ਸੱਚ ਬੋਲਣਾ ਹੈ, ਮੈਂ ਦਇਆ ਕਰਨੀ, ਤੇ ਮਿਲ ਜਾਏਗਾ। ਅਸੀਂ ਮੰਗਦੇ ਨਹੀਂ, ਅਸੀਂ ਮੰਗਦੇ ਹਾਂ ਈਰਖਾ, ਅਸੀਂ ਮੰਗਦੇ ਹਾਂ ਈਗੋ, ਅਸੀਂ ਮੰਗਦੇ ਹਾਂ ਝੂਠ, ਤੇ ਸਾਨੂੰ ਕੁਝ ਮਿਲਦਾ ਰਹਿੰਦਾ ਕਿਉਂਕਿ ਅਸੀਂ ਸੱਚ ਮੰਗਦੇ ਨਹੀਂ ਨਾ। ਤਾਂ ਇਸ ਲਈ ਗੁਰੂ ਜੀ ਕਹਿੰਦੇ ਨੇ ਮੈਂ ਤਾਂ ਉਸ ਪ੍ਰਭੂ ਤੋਂ ਹੱਥ ਜੋੜ ਕੇ ਇਹ ਦਾਤ ਮੰਗਦਾ ਹਾਂ ਕਿ हे ਪ੍ਰਭੂ ਮੇਰੇ ਤੇ ਰਹਿਮਤ ਕਰ, ਮੈਂ ਤੇਰੇ ਰਜ਼ਾ ਹੁਕਮ ਦੇ ਅੰਦਰ ਤੁਰ ਸਕਾਂ। ਤੇ ਗੁਰੂ ਜੀ ਕਹਿੰਦੇ ਨੇ ਜੋ ਵੀ ਰਜ਼ਾ ਹੁਕਮ ਦੇ ਅੰਦਰ ਚੱਲਣਾ ਚਾਹੁੰਦਾ ਹੈ ਪ੍ਰਭੂ ਉਹਨੂੰ ਤਰੁੱਠ ਕੇ ਇਹ ਦਾਤ ਦਿੰਦਾ ਹੈ, ਕਿਸੇ ਦੇ ਰਾਹ ਦੇ ਵਿੱਚ ਰੋੜਾ ਨਹੀਂ ਅਟਕਾਉਂਦਾ। ਰੱਬ ਇਹ ਨਹੀਂ ਕਹਿੰਦਾ ਵੀ ਨਾ ਤੂੰ ਨਹੀਂ ਤੁਰ ਸਕਦਾ ਰੱਬੀ ਰਜ਼ਾ ਵਿੱਚ, ਨਾ ਵੀ ਤੂੰ ਨਹੀਂ ਗੁਣ ਗਾ ਸਕਦਾ। ਉਹ ਸਾਰਿਆਂ ਨੂੰ ਦਿੰਦਾ ਹੈ ਜੇ ਕੋਈ ਚਾਹੇ ਤਾਂ ਹੈ ਨਾ। ਸ਼ਲੋਕ ਮਹਿਲਾ ਪੰਜਵਾਂ। ਜਾਚੜੀ ਸਾ ਸਾਰ ਜੋ ਜਾਚੰਦੀ ਹੇਕੜੋ। ਜਾਚੜੀ ਦਾ ਮਤਲਬ ਹੈ ਯਾਚਨਾ, ਇਹ ਲਹਿੰਦੀ ਬੋਲੀ ਹੈ, ਯਾਚਨਾ ਮੰਗ। ਸਾਰ ਦਾ ਮਤਲਬ ਸ੍ਰੇਸ਼ਟ, ਜਾਚੰਦੀ ਦਾ ਮਤਲਬ ਹੈ ਮੰਗਣੀ ਜੋ ਮੰਗਦੀ ਹੈ। ਹੇਕੜੋ ਦਾ ਮਤਲਬ ਇੱਕ ਰੱਬ ਨੂੰ। ਜਾਚੜੀ ਸਾ ਸਾਰ ਉਹ ਮੰਗ ਸਭ ਤੋਂ ਚੰਗੀ ਹੈ। ਜੋ ਜਾਚੰਦੀ ਹੇਕੜੋ ਜਿਹੜੀ ਮੰਗ ਇੱਕ ਨੂੰ ਮੰਗਦੀ ਹੈ ਕਿ ਮੈਨੂੰ ਇੱਕ ਮਿਲੇ। ਤਾਂ ਇਹਦਾ ਭਾਵ ਅਰਥ ਇਹ ਹੈ ਕਿ ਮੰਗਣਾ ਕੀ ਚੰਗਾ ਹੈ, ਇੱਕ ਨੂੰ ਮੰਗਣਾ ਚੰਗਾ ਹੈ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਇੱਕ ਮੰਗਣਾ ਕਿ ਮੈਂ ਇੱਕ ਨੂੰ ਵੇਖ ਸਕਾਂ ਹਰ ਥਾਂ ਤੇ, ਮੈਂ ਇੱਕ ਦੇ ਨਾਲ ਮਿਲ ਸਕਾਂ,
मैं एक दे अंदर अभेद हो सकां, मैं एक नूं पसरे होए नूं वेख सकां, मैं एक सच दे नाल जुड़ सकां। नानक लेखे एक गल होर हूमे चखना झाक। जे बंदे दे अंदर एक समा जाए, एक ओंकार ਨੂੰ ਇਹ ਮੰਗ ਲਵੇ, ਇੱਕ ਓੰਕਾਰ ਦੇ ਅੰਦਰ ਇਹ ਸਮਾ ਜਾਏ, ਇੱਕ ਓੰਕਾਰ ਦੀ ਅੰਦਰ ਜੋ ਭਾਵਨਾਵਾਂ ਨੇ ਉਹਨਾਂ ਨੂੰ ਇਹ ਸਮਝ ਲਵੇ, ਤਾਂ ਮੰਗ ਉਹ ਚੰਗੀ ਹੈ। ਦੇਖੋ, ਇੱਕ ਓੰਕਾਰ ਬਾਰੇ ਆਪਾਂ ਕਾਫੀ ਵਾਰੀ ਵਿਚਾਰ ਕਰ ਚੁੱਕੇ ਹਾਂ। ਜੋ ਇੱਕ ਦੇ ਨਾਲ ਜੇ ਸੰਸਾਰ ਜੁੜ ਜਾਏ ਨਾ, ਕਿ ਲਗਾਤਾਰ ਇੱਕ ਸਮਾਇਆ ਹੋਇਆ ਹੈ, ਤਾਂ ਫਿਰ ਸਾਡੀਆਂ ਰਾਜਨੀਤਿਕ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਫਿਰ ਇਹਨਾਂ ਸਾਰੇ ਦੇਸ਼ਾਂ ਨੂੰ ਖਤਮ ਕਰਕੇ ਇੱਕ ਦੇਸ਼ ਬਣਾਇਆ ਜਾ ਸਕਦਾ ਹੈ, ਇਹਨਾਂ ਨੂੰ ਸਟੇਟਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ, ਰਾਜਧਾਨੀ ਇੱਕ ਹੋ ਸਕਦੀ ਹੈ। ਆ ਜਿੰਨੇ ਵੀ ਐਟਮੀ ਹਥਿਆਰ ਇੱਕ ਦੂਜੇ ਮੁਲਕ ਵਾਸਤੇ ਤਿਆਰ ਕੀਤੇ ਨੇ, ਖਤਮ ਕੀਤੇ ਜਾ ਸਕਦੇ ਨੇ। ਜੋ ਇਹਨਾਂ ਪੈਸਾ ਹਥਿਆਰਾਂ ਤੇ ਖਰਚ ਹੁੰਦਾ, ਮਨੁੱਖਤਾ ਦੇ ਉਥਾਨ ਲਈ ਖਰਚ ਹੋ ਸਕਦਾ ਹੈ। ਜੇ ਬੰਦਾ ਇੱਕ ਨੂੰ ਸਮਝ ਲੈ ਤਾਂ ਫਿਰ ਆ ਜਾਤੀਵਾਦ ਖਤਮ ਹੋ ਸਕਦਾ ਹੈ, ਵਰਨ ਵੰਡ ਖਤਮ ਹੋ ਸਕਦੀ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ ਵਾਲਾ ਸਿਧਾਂਤ ਲਾਗੂ ਹੋ ਸਕਦਾ ਹੈ, ਭਾਈਚਾਰਕ ਸਮਾਜ ਬਣ ਸਕਦਾ ਹੈ। ਜੇ ਬੰਦਾ ਇੱਕ ਨੂੰ ਸਮਝ ਲੈ ਤਾਂ ਇੱਕ ਪਾਸੇ 26 ਮੰਜ਼ਲੀਆਂ ਕੋਠੀਆਂ ਤੇ ਦੂਜੇ ਪਾਸੇ ਫੁੱਟਪਾਥਾਂ ਦੇ ਉੱਤੇ ਬੈਠੇ ਹੋਏ ਲੋਕ, ਇਹ ਖਤਮ ਹੋ ਸਕਦਾ ਹੈ ਸਾਰਾ ਕੁਝ ਸਿਸਟਮ। ਔਰ ਆਰਥਿਕ ਜੋ ਕਾਣੀ ਆਰਥਿਕ ਵੰਡ ਹੈ ਉਹਨੂੰ ਬਰਾਬਰ ਕੀਤਾ ਜਾ ਸਕਦਾ ਹੈ। ਹਰ ਇਨਸਾਨ ਦੀ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਹੋ ਸਕਦੀ ਹੈ। ਜੇ ਬੰਦਾ ਇੱਕ ਨੂੰ ਸਮਝ ਕੇ ਇੱਕ ਦੇ ਨਾਲ ਜੁੜ ਜਾਏ ਤਾਂ ਫਿਰ ਧਰਮਾਂ ਦੀ ਜਿਹੜੀ ਵਿਖੇਪਤਾ ਹੈ ਮੁੱਕ ਸਕਦੀ ਹੈ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਜੁਗ ਜੁਗ ਪੂਰਾ ਹੋਈ ਵਾਲੀ ਅਵਸਥਾ ਬਣ ਸਕਦੀ ਹੈ। ਜੇ ਇੱਕ ਦੇ ਨਾਲ ਬੰਦਾ ਜੁੜ ਜਾਏ ਫਿਰ ਬੰਦਾ ਅੰਦਰੋਂ ਬਾਹਰੋਂ ਇੱਕ ਹੋ ਸਕਦਾ ਹੈ। ਜੇ ਇੱਕ ਦੇ ਨਾਲ ਬੰਦਾ ਜੁੜ ਜਾਏ ਤਾਂ ਫਿਰ ਸਾਰਿਆਂ ਦੇ ਨਾਲ ਉਹਦਾ ਬਿਹੇਵੀਅਰ ਇੱਕ ਜੈਸਾ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੰਗ ਉਹ ਚੰਗੀ ਹੈ ਜੋ ਇੱਕ ਨੂੰ ਮੰਗਦੀ ਹੈ। ਇਸ ਤੋਂ ਵੱਡੀ ਮੰਗ ਕੋਈ ਨਹੀਂ ਨਾ। ਹੁਣ ਇੱਕ ਨਦੀ ਇੱਕ ਬੂੰਦ ਹੈ, ਉਹ ਮੰਗੇ ਕਿ ਮੈਨੂੰ ਇੱਕ ਗਿਲਾਸ ਪਾਣੀ ਮਿਲ ਜਾਏ, ਮੈਂ ਗਿਲਾਸ ਦੇ ਵਿੱਚ ਮਿਲ ਜਾਵਾਂ। ਤੇ ਇੱਕ ਬੂੰਦ ਮੰਗੇ ਕਿ ਮੈਂ ਛੱਪੜ ਵਿੱਚ ਮਿਲ ਜਾਵਾਂ, ਤੇ ਦੂਜੀ ਤੀਜੀ ਬੂੰਦ ਮੰਗੇ ਕਿ ਮੈਂ ਸਮੁੰਦਰ ਵਿੱਚ ਮਿਲ ਜਾਵਾਂ। ਤਾਂ ਇਹ ਕਿਹੜੀ ਮੰਗ ਸਭ ਤੋਂ ਚੰਗੀ? ਸਮੁੰਦਰ ਵਾਲੀ ਨਾ। ਤਾਂ ਰੱਬ ਇੱਕ ਸਾਗਰ ਹੈ, ਅਸੀਂ ਉਸ ਇੱਕ ਦੇ ਅੰਦਰ ਸਮਾ ਜਾਈਏ, ਸਾਡੀ ਸੀਮਤ ਸੋਚ ਵਿਸ਼ਾਲ ਸੋਚ ਦੇ ਅੰਦਰ ਸਮਾ ਜਾਏ, ਇਹ ਮੰਗ ਸਭ ਤੋਂ ਚੰਗੀ ਹੈ। ਸਾਡੀ ਇਨਸਾਨਾਂ ਦੀ ਮੰਗ ਇਹ ਹੋਣੀ ਚਾਹੀਦੀ ਹੈ। ਔਰ ਇਹ ਮੰਗ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਮੰਗੀ ਜਾਈਏ ਤੇ ਕਰੀਏ ਕੁਛ ਨਾ। ਇਹ ਕੁਝ ਸਾਨੂੰ ਮੰਗਣਾ ਚਾਹੀਦਾ ਹੈ। ਇਸ ਜੀਵਨ ਦੇ ਵਿੱਚ ਸਾਨੂੰ ਇਹ ਕੁਝ ਕਰਨਾ ਚਾਹੀਦਾ ਹੈ। ਜਾਚੜੀ ਸਾਸਾਰ ਜੋ ਜਾਚੰਦੀ ਹੇਕੜੋ, ਗਾਲੀ ਬੀਆ ਵਿਕਾਰ, ਨਾਨਕ ਧਣੀ ਵਿਹੂਣੀਆਂ। ਇੱਥੇ ਗਾਲੀ ਦਾ ਮਤਲਬ ਗੱਲਾਂ, ਗਾਲੀ ਨਹੀਂ ਪੜਨਾ ਲੱਲੇ ਦੀ ਬਿਹਾਰੀ ਨਾਲ ਬਿੰਦੀ ਲਗਾ ਕੇ ਗਾਲੀ, ਗਾਲੀ ਦਾ ਮਤਲਬ ਗੱਲਾਂ। ਬੀਆ ਦਾ ਮਤਲਬ ਹੋਰ, ਗਾਲੀ ਬੀਆ ਦਾ ਮਤਲਬ ਹੋਰ ਗੱਲਾਂ। ਇੱਕ ਨੂੰ ਛੱਡ ਕੇ ਜਿਹੜੀਆਂ ਹੋਰ ਗੱਲਾਂ ਨੇ, ਚਾਹੇ ਉਹ ਜਾਤੀਵਾਦ ਹੈ, ਮੇਰ ਤੇਰ ਦੇ ਵਿਤਕਰੇ ਨੇ, ਕਾਮ ਕ੍ਰੋਧ ਨੇ, ਜਾਂ ਜਪ ਤਪ ਸੰਜਮ ਨੇ, ਜਾਂ ਵਰਤਨ ਰਾਤੇ ਸਰਾਧ ਪੀਰ ਫਕੀਰ ਮੜੀਆਂ ਕਬਰਾਂ ਨੇ, ਸਾਰੀਆਂ ਗੱਲਾਂ ਵਿਕਾਰ ਦਾ ਮਤਲਬ ਬੇਕਾਰ ਨੇ। ਗਾਲੀ ਬੀਆ ਵਿਕਾਰ। ਇੱਕ ਪ੍ਰਭੂ ਦੇ ਹੁਕਮ ਤੋਂ ਬਿਨਾਂ, ਇੱਕ ਰੱਬੀ ਪਿਆਰ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਵਿਅਰਥ ਨੇ। ਨਾਨਕ ਧਣੀ ਵਿਹੂਣੀਆਂ। ਧਣੀ ਵਿਹੂਣੀਆਂ ਦਾ ਮਤਲਬ, ਧਣੀ ਦਾ ਮਤਲਬ ਮਾਲਕ, ਵਿਹੂਣੀਆਂ ਦਾ ਮਤਲਬ ਉਹਦੇ ਤੋਂ ਬਿਨਾਂ, ਯਾਨੀ ਮਾਲਕ ਪ੍ਰਭੂ ਤੋਂ ਬਾਹਰੀਆਂ ਬਾਕੀ ਦੀਆਂ ਸਾਰੀਆਂ ਗੱਲਾਂ ਬੇਕਾਰ ਨੇ। ਰੱਬੀ ਗੁਣਾਂ ਨੂੰ ਛੱਡ ਦਿਓ ਤੇ ਰੱਬੀ ਗੁਣਾਂ ਨੂੰ ਛੱਡ ਕੇ ਬਾਕੀ ਹੋਰ ਜਿੰਨੀਆਂ ਵੀ ਗੱਲਾਂ ਨੇ ਵਿਅਰਥ ਨੇ। ਜੇ ਜ਼ਿੰਦਗੀ ਵਿੱਚ ਸੱਚ ਨਹੀਂ ਹੈ, ਜੇ ਜ਼ਿੰਦਗੀ ਵਿੱਚ ਦਇਆ ਪ੍ਰੇਮ ਨਹੀਂ ਬਿਹੇਵੀਅਰ ਵਿੱਚ, ਤਾਂ ਸਾਰਾ ਬਿਹੇਵੀਅਰ ਸਾਰੀਆਂ ਗੱਲਾਂ ਬੇਕਾਰ ਔਰ ਵਿਅਰਥ ਹੋ ਜਾਣਗੀਆਂ। ਉਹਨਾਂ ਦਾ ਜੀਵਨ ਵਿੱਚ ਕੋਈ ਤੁਕ ਨਹੀਂ ਹੈ। ਉਹ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਦੇ ਸਕਣਗੀਆਂ, ਇਨਸਾਨੀਅਤ ਪੈਦਾ ਨਹੀਂ ਕਰ ਸਕਣਗੀਆਂ, ਸੁੱਖ ਪੈਦਾ ਨਹੀਂ ਕਰ ਸਕਣਗੀਆਂ, ਦੁੱਖ ਪੈਦਾ ਕਰਨਗੀਆਂ। ਇਸ ਲਈ ਰੱਬੀ ਗੁਣਾਂ ਦੀਆਂ ਗੱਲਾਂ ਕਰਨੀਆਂ, ਰੱਬੀ ਗੁਣਾਂ ਦੇ ਧਾਰਨੀ ਹੋਣਾ, ਇੱਕ ਦੀ ਗੱਲ ਕਰਨੀ, ਸੱਚ ਦੀ ਗੱਲ ਕਰਨੀ, ਸੱਚ ਬਾਰੇ ਸੋਚਣਾ, ਸੱਚ ਬਾਰੇ ਬੋਲਣਾ, ਸੱਚ ਬਾਰੇ ਵਿਆਖਿਆਨ ਕਰਨਾ ਹੀ ਜਿਹੜੀਆਂ ਨੇ ਗੱਲਾਂ ਠੀਕ ਨੇ, ਬਾਕੀ ਦੀਆਂ ਗੱਲਾਂ ਬੇਕਾਰ। ਔਰ ਇਸ ਸੰਸਾਰ ਨੂੰ ਵੇਖਣ ਦਾ ਤਰੀਕਾ ਹੈ, ਨਜ਼ਰੀਆ ਹੈ।
ਜਿਵੇਂ ਦੀ ਕਿਸੇ ਦੀ ਸੋਚ ਹੁੰਦੀ ਹੈ ਉਹ ਕੁਛ ਹੀ ਉਹ ਵੇਖ ਲੈਂਦਾ ਹੈ ਤੇ ਉਹ ਕੁਛ ਹੀ ਉਹ ਪ੍ਰਾਪਤ ਕਰ ਲੈਂਦਾ ਹੈ। ਹੁਣ ਅਸੀਂ ਸਾਗ ਬਣਾਉਂਦੇ ਹਾਂ ਨਾ, ਸਾਗ ਤਾਂ ਪੰਜਾਬੀਆਂ ਦਾ ਤਾਂ ਮਨ ਭਾਉਂਦਾ ਖਾਣਾ ਹੈ। ਸਾਗ ਸਦੀਆਂ ਤੋਂ ਬਣ ਰਿਹਾ ਹੈ ਔਰ ਅਸੀਂ ਸਾਗ ਬਣਦਾ ਵੇਖਦੇ ਹਾਂ, ਸਬਜ਼ੀਆਂ ਬਣਦੀਆਂ ਅਸੀਂ ਵੇਖਦੇ ਹਾਂ। ਸਾਨੂੰ ਸਾਗ ਦੇ ਵਿੱਚੋਂ, ਪਤੀਲੇ ਵਿੱਚੋਂ, ਕੇਤਲ ਦੇ ਵਿੱਚੋਂ ਭਾਫ ਦਿਸਦੀ ਹੈ, ਅਸੀਂ ਭਾਫ ਵੇਖਦੇ ਹਾਂ। ਪਰ ਇੱਕ ਮਨੁੱਖ ਨੇ ਸਾਗ ਥੱਲੇ ਅੱਗ ਬਾਲੀ ਤੇ ਉਹ ਜਦੋਂ ਭਾਫ ਨਿਕਲੀ ਨਾ, ਉਹਨੂੰ ਭਾਫ ਨਹੀਂ ਦਿਸੀ, ਸਾਗ ਨਹੀਂ ਦਿਸਿਆ, ਉਹਨੂੰ ਰੇਲ ਦਾ ਇੰਜਨ ਦਿਸਿਆ ਤੇ ਉਹਨੇ ਭਾਫ ਤੋਂ ਰੇਲ ਦਾ ਇੰਜਨ ਬਣਾ ਲਿਆ। ਨਜ਼ਰ ਹੀ ਹੈ ਨਾ। ਅਸੀਂ ਚਿੜੀਆਂ ਕਾਂ ਵੇਖਦੇ ਹਾਂ ਆਕਾਸ਼ ਵਿੱਚ ਉੱਡਦੇ ਹੋਏ, ਹਜ਼ਾਰਾਂ ਸਾਲਾਂ ਤੋਂ ਲੋਕ ਵੇਖ ਰਹੇ ਨੇ, ਅੱਜ ਵੀ ਵੇਖ ਰਹੇ ਨੇ। ਸਾਨੂੰ ਚਿੜੀਆਂ ਕਾਂ ਦਿਸਦੇ ਨੇ ਔਰ ਰਾਈਟ ਬੰਧੂ ਨੂੰ ਚਿੜੀਆਂ ਕਾਵਾਂ ਦੇ ਵਿੱਚ ਹਵਾਈ ਜਹਾਜ਼ ਦਿਸਿਆ, ਉਹਨੇ ਹਵਾਈ ਜਹਾਜ਼ ਖੋਜ ਲਿਆ। ਸਾਨੂੰ ਸੇਬ ਟੁੱਟਦੇ ਹੋਏ ਦਿਸਦੇ ਨੇ, ਡਿੱਗਦੇ ਹੋਏ ਦਿਸਦੇ ਨੇ, ਅਸੀਂ ਸੇਬ ਕੇਲੇ ਦੇਖਦੇ ਹਾਂ ਟੁੱਟ ਕੇ ਡਿੱਗਦੇ। ਪਰ ਨਿਊਟਨ ਨੇ ਗ੍ਰੈਵਿਟੀ ਫੋਰਸ ਵੇਖੀ। ਵੇਖਣ ਦਾ ਨਜ਼ਰ ਹੀ ਹੈ ਨਾ ਕਿ ਇਸ ਦੁਨੀਆ ਨੂੰ ਕਿਸ ਢੰਗ ਦੇ ਨਾਲ ਦੇਖਦੇ ਹੋ। ਇੱਕ ਨੂੰ ਰੱਬ ਦਿਸ ਰਿਹਾ ਹੈ, ਸੱਚ ਦਿਸ ਰਿਹਾ ਹੈ, ਵਿਸ਼ਾਲਤਾ ਨਜ਼ਰੀ ਪੈ ਰਹੀ ਹੈ ਕਿ ਜੇ ਸੱਚ ਦੇ ਨਾਲ ਜੁੜ ਜਾਇਆ ਜਾਏ ਤੇ ਪੂਰੀ ਦੀ ਪੂਰੀ ਦੁਨੀਆ ਸੁਖੀ ਔਰ ਸ਼ਾਂਤ ਹੋ ਸਕਦੀ ਹੈ, ਬੰਦਾ ਮਹਾਨ ਹੋ ਸਕਦਾ ਹੈ। ਉਹਨੂੰ ਫਿਰ ਸਮਝ ਪੈ ਜਾਂਦੀ ਕਿ ਸੱਚ ਤੋਂ ਬਿਨਾਂ ਬਾਕੀ ਦੀਆਂ ਗੱਲਾਂ ਬੇਕਾਰ ਨੇ, ਉਹਨਾਂ ਦਾ ਲਾਭ ਕੀ। ਇੱਕ ਪ੍ਰਭੂ ਤੋਂ ਬਿਨਾਂ ਬਾਕੀ ਵਿਅਰਥ ਹੈ। ਜੇ ਅਸੀਂ ਝੂਠ ਫਰੇਬ ਦੇ ਨਾਲ ਜੁੜਦੇ ਹਾਂ ਤਾਂ ਇਸ ਲਈ ਆਪਣੇ ਨਜ਼ਰੀਏ ਨੂੰ ਵਿਸ਼ਾਲ ਕਰਨਾ ਹੈ, ਇੱਕ ਨੂੰ ਵੇਖਣਾ ਹੈ, ਸੱਚ ਨੂੰ ਵੇਖਣਾ ਹੈ। ਉਹ ਗੱਲਾਂ ਠੀਕ ਨੇ ਜੋ ਸਾਨੂੰ ਸੱਚ ਦੇ ਨਾਲ ਜੋੜਦੀਆਂ ਨੇ। ਸੱਚ ਨੂੰ ਛੱਡ ਕੇ, ਰੱਬੀ ਰਜ਼ਾ ਨੂੰ ਛੱਡ ਕੇ ਜੋ ਗੱਲਾਂ ਪਾਪਾਂ, ਵਿਕਾਰਾਂ, ਅਪਰਾਧਾਂ, ਈਰਖਾ, ਦਵੇਸ਼ ਦੀਆਂ ਨੇ, ਬੇਕਾਰ ਨੇ, ਛੱਡ ਦਿਓ, ਉਹਨਾਂ ਨੂੰ ਕੋਈ ਲਾਭ ਨਹੀਂ ਹੈ। ਮਹਿਲਾ ਪੰਜਵਾਂ, ਨਹੀਂ ਜੇ ਵਿਧਾ ਮਨ ਪਛਾਣੂ ਵਿਰਲੋ ਥੀਓ। ਬਹੁਤੇ ਵੀਰ ਪੜ੍ਹਦੇ ਨੇ ਨਹੀਂ ਜੇ ਵਿਧਾ ਮਨ ਪਛਾਣੂ ਵਿਰਲੋ ਥੀਓ, ਇਹ ਐਵੇਂ ਪਾਠ ਗਲਤ ਹੋ ਜਾਏਗਾ। ਮਨ ਦੇ ਉੱਤੇ ਵਿਸ਼ਰਾਮ ਲਗਾਉਣਾ ਹੈ। ਨਹੀਂ ਜੇ ਵਿਧਾ ਮਨ ਪਛਾਣੂ ਵਿਰਲੋ ਥੀਓ। ਨਹੀਂ ਦਾ ਮਤਲਬ ਹੈ ਨਹੀਂ ਵਿੱਚ, ਪ੍ਰੇਮ ਵਿੱਚ। ਨਹੀਂ, ਨਹੀਂ ਦਾ ਮਤਲਬ ਪ੍ਰੇਮ, ਨਹੀਂ ਦਾ ਮਤਲਬ ਨਹੀਂ ਵਿੱਚ, ਪ੍ਰੇਮ ਵਿੱਚ। ਵਿਧਾ, ਵਿਧਾ ਦਾ ਮਤਲਬ ਵਿੱਚ ਗਿਆ। ਮਨ ਦਾ ਮਤਲਬ ਮਨ, ਪਛਾਣੂ ਦਾ ਮਤਲਬ ਪਛਾਣ ਕਰਨ ਵਾਲਾ, ਵਿਰਲੋ ਦਾ ਮਤਲਬ ਵਿਰਲਾ, ਥੀਓ ਦਾ ਮਤਲਬ ਹੁੰਦਾ ਹੈ। ਅਜਿਹਾ ਰੱਬ ਦੀ ਪਛਾਣ ਕਰਨ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ ਜਿਹਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਵਿੰਨਿਆ ਹੁੰਦਾ ਹੈ। ਐਸਾ ਬੰਦਾ ਵਿਰਲਾ ਹੁੰਦਾ ਹੈ, ਪ੍ਰਭੂ ਦੀ ਪਛਾਣ ਵਾਲਾ, ਜਿਹਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਵਿੰਨਿਆ ਹੁੰਦਾ ਹੈ। ਰੱਬ ਦੀਆਂ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਣਗੇ। ਗੱਲਾਂ ਤੇ ਮੈਂ ਵੀ ਕਰ ਰਿਹਾ ਬੜੀਆਂ। ਰੱਬ ਦੀਆਂ ਗੱਲਾਂ ਕਰਨ ਵਾਲੇ, ਧਰਮ ਦੀਆਂ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਣਗੇ, ਲੱਖਾਂ ਲੋਕ ਮਿਲ ਜਾਣਗੇ। ਪਰ ਕਿਸੇ ਦਾ ਮਨ ਉਹਦੇ ਪ੍ਰੇਮ ਦੇ ਅੰਦਰ ਵਿੰਨਿਆ ਹੋਵੇ, ਇਹੋ ਜਿਹੇ ਤੁਹਾਨੂੰ ਵਿਰਲੇ ਵਿਰਲੇ ਮਿਲਣਗੇ। ਮਿਲਣਗੇ ਸਹੀ, ਪਰ ਵਿਰਲੇ ਘੱਟ। ਜਿਨ੍ਹਾਂ ਦਾ ਮਨ ਪ੍ਰਭੂ ਪ੍ਰੇਮ ਵਿੱਚ ਵਿੰਨਿਆ ਹੋਵੇ, ਜਿਨ੍ਹਾਂ ਦੀ ਜ਼ਿੰਦਗੀ ਅੰਦਰ ਗੁਨਾਹ ਤੋਂ ਇਲਾਵਾ ਹੋਰ ਕੋਈ ਪ੍ਰੀਤ ਨਾ ਹੋਵੇ, ਜਿਨ੍ਹਾਂ ਦੇ ਮਨ ਸੱਚ ਨਾਲ ਵਿਝਿਆ ਹੋਵੇ, ਦਇਆ ਨਾਲ ਵਿਝਿਆ ਹੋਏ, ਨਿਰਭੈਤਾ, ਨਿਰਵੈਰਤਾ ਦੇ ਨਾਲ ਵਿਝਿਆ ਹੋਏ, ਜੋ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਦਾ ਹੋਵੇ, ਵਿਰਲੇ ਇਨਸਾਨ ਮਿਲਣਗੇ। ਰੱਬ ਦੀਆਂ ਗੱਲਾਂ ਕਰਨ ਵਾਲੇ ਤੇ ਬੜੇ ਲੱਖਾਂ ਲੋਕ ਤੁਰੇ ਫਿਰਦੇ ਨੇ। ਸੁਣ ਵੱਡਾ ਆਖੇ ਸਭ ਕੋਏ, ਵੱਡਾ ਵੱਡਾ ਕਹਿ ਰਹੇ ਨੇ, ਰੱਬ ਰੱਬ ਕਰ ਰਹੇ ਨੇ, ਅੱਲਾ ਵਾਹਿਗੁਰੂ ਕਰ ਰਹੇ ਨੇ। ਰੱਬ ਦੀਆਂ ਗੱਲਾਂ, ਧਰਮ ਦੀਆਂ ਗੱਲਾਂ ਬਹੁਤ ਹੋ ਰਹੀਆਂ ਨੇ। ਟੀਵੀ ਦੇ ਹਰ ਚੈਨਲ ਦੇ ਉੱਤੇ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਹੈ। YouTube ਭਰਿਆ ਪਿਆ ਹੈ। ਫੇਸਬੁੱਕ ਦੇ ਉੱਤੇ ਬੜੇ ਮੈਸੇਜ ਆ ਰਹੇ ਨੇ। WhatsApp ਦੇ ਉੱਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੰਗੇ ਤੋਂ ਚੰਗਾ ਮੈਸੇਜ ਆ ਰਿਹਾ ਹੈ। ਗੱਲਾਂ ਬਹੁਤ ਹੋ ਰਹੀਆਂ ਨੇ, ਲੇਕਿਨ ਜੀਵਨ ਵਿੱਚ ਕੁਝ ਵੀ ਨਹੀਂ। ਇਨਸਾਨੀਅਤ, ਸਾਨੂੰ ਨਿੱਕੀ ਜਿਹੀ ਕੋਈ ਗੱਲ ਕਹਿ ਦੇਵੇ ਨਾ ਆਮ ਬੰਦੇ ਨੂੰ, ਬਸ ਤਹਿਸ਼ ਨਹਿਸ ਹੋ ਜਾਂਦਾ। ਸਾਡਾ ਅੰਦਰ ਸਭ ਕੁਝ ਟੁੱਟ ਫੁੱਟ ਜਾਂਦਾ ਹੈ, ਕ੍ਰੋਧ ਆ ਜਾਂਦਾ ਹੈ, ਗੁੱਸਾ ਆ ਜਾਂਦਾ ਹੈ, ਚਿੜਚਿੜੇ ਅਸੀਂ ਹੋ ਜਾਂਦੇ ਹਾਂ। ਸਾਨੂੰ ਥੋੜਾ ਜਿਹਾ ਕਿਤੇ ਗੜਬੜ ਹੁੰਦੀ ਦਿਸੇ ਤੇ ਲਾਲਚ, ਯਾਨੀ ਕਹਿਣ ਦਾ ਮਤਲਬ ਆਪ ਸਮਝ ਗਏ ਕਿ ਕੀ ਕੁਛ ਬੰਦਾ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਕਿਵੇਂ ਆਪਣੇ ਆਪ ਨੂੰ ਗਵਾ ਲੈਂਦਾ ਹੈ। ਗੁਰੂ ਜੀ ਕਹਿੰਦੇ ਨੇ ਐਸੇ ਵਿਰਲੇ ਇਨਸਾਨ ਨੇ ਜੋ ਰੱਬ ਨੂੰ ਪਛਾਣਨ ਵਾਲੇ ਨੇ, ਜਿਨ੍ਹਾਂ ਦਾ ਮਨ ਰੱਬੀ ਪ੍ਰੇਮ ਵਿੱਚ ਵਿੰਨਿਆ ਹੋਇਆ ਹੈ। ਤਾਂ ਇੱਥੋਂ ਸਾਨੂੰ ਸਮਝਾਇਆ ਜਾ ਰਿਹਾ ਹੈ
ਕਿ ਗੁਣਾਂ ਦੇ ਨਾਲ ਪਿਆਰ ਕਰਨਾ ਹੈ ਹਰ ਵਕਤ, ਗੁਣੀ ਜ਼ਿੰਦਗੀ ਜੀਣੀ ਹੈ, ਤਾਂ ਇਹ ਜੀਵਨ ਸੁਖੀ ਹੋ ਸਕਦਾ ਹੈ, ਨਿਰੀਆਂ ਗੱਲਾਂ ਨਹੀਂ। ਜੋੜਨ ਹਾਰਾ ਸੰਤ ਨਾਨਕ ਪਾਧਰ ਪਧਰੋ। ਪਾਧਰ ਦਾ ਮਤਲਬ ਰਾਸਤਾ, ਤੇ ਪਧਰੋ ਦਾ ਮਤਲਬ ਹੁੰਦਾ ਹੈ ਪੱਧਰ ਕਰਨਾ, ਸਿੱਧਾ। ਕਈ ਰਾਹ ਹੁੰਦੇ ਨੇ ਨਾ, ਉੱਚੇ ਨੀਵੇਂ ਹੁੰਦੇ ਨੇ, ਕੋਈ ਜ਼ਮੀਨ ਕਿਤੋਂ ਉੱਚੀ ਹੈ ਕਿਤੋਂ ਨੀਵੀਂ ਹੈ, ਤੇ ਫਿਰ ਕੀ ਕੀਤਾ ਜਾਂਦਾ ਹੈ ਕਿ ਟਿੱਬਿਆਂ ਨੂੰ ਰੋੜ ਕੇ ਤੋੜ ਕੇ ਤੇ ਟੋਇਆਂ ਦੇ ਵਿੱਚ ਪਾ ਕੇ ਉਹਨੂੰ ਬਰਾਬਰ ਕਰ ਦਿੱਤਾ ਜਾਂਦਾ ਹੈ, ਉਹਨੂੰ ਕਹਿੰਦੇ ਨੇ ਪੱਧਰਾ, ਬਿਲਕੁਲ ਬਰਾਬਰ। ਜੋੜਨ ਹਾਰਾ ਸੰਤ, ਇੱਥੇ ਸੰਤ ਦਾ ਮਤਲਬ ਹੈ ਗੁਰੂ, ਰੱਬ ਦੇ ਨਾਲ ਜੋੜਨ ਵਾਲਾ ਹੈ ਗੁਰੂ। ਨਾਨਕ ਪਾਧਰ ਪਧਰੋ, ਪਾਧਰ ਦਾ ਮਤਲਬ ਰਾਸਤਾ, ਜਿਹੜਾ ਰੱਬ ਦੇ ਨਾਲ ਮਿਲਣ ਦਾ ਰਾਸਤਾ ਬਿਲਕੁਲ ਪੱਧਰਾ ਕਰ ਦਿੰਦਾ ਹੈ, ਸਾਫ਼ ਕਰ ਦਿੰਦਾ ਹੈ। ਯਾਨੀ ਸਾਨੂੰ ਉਹ ਪੱਧਰਾ ਰਾਸਤਾ ਦੱਸਦਾ ਹੈ ਜਿਨ੍ਹਾਂ ਰਾਹਾਂ ਤੇ ਚੱਲ ਕੇ ਬੰਦਾ ਰੱਬ ਦੇ ਵਿੱਚ ਅਭੇਦ ਹੋ ਜਾਂਦਾ ਹੈ। ਫਿਰ ਉਸ ਬੰਦੇ ਦੇ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਨਹੀਂ ਆਉਂਦੀ, ਕੋਈ ਸਪੀਡ ਬ੍ਰੇਕਰ ਨਹੀਂ ਆਉਂਦਾ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਤਾਂ ਜੋੜਨ ਹਾਰਾ ਸੰਤ, ਰੱਬ ਦੇ ਨਾਲ ਜੋੜਨ ਵਾਲਾ ਗੁਰੂ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹੋਮੇ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਤੁਰੇ ਪਿਆ ਸੰਜੋਗ। ਤਾਂ ਪ੍ਰਭੂ ਦੇ ਨਾਲ ਜੋੜਨ ਵਾਲਾ ਗੁਰੂ ਹੈ, ਉਹ ਸਾਡੇ ਜੀਵਨ ਦਾ ਰਾਸਤਾ ਪੱਧਰਾ ਕਰਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਪ੍ਰਭੂ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਹਾਂ ਤਾਂ ਗੁਰਮਤਿ ਦਾ ਰਾਸਤਾ ਬਿਲਕੁਲ ਪੱਧਰਾ, ਸਾਫ਼ ਸੁਥਰਾ ਹੈ। ਇਹਦੇ ਵਿੱਚ ਕੋਈ ਟੋਇਆ ਟਿੱਬਾ ਨਹੀਂ ਹੈ, ਕੋਈ ਕਰਮ ਕਾਂਡ ਨਹੀਂ ਹੈ, ਸੱਚ ਦਾ ਸਿੱਧਾ ਰਾਸਤਾ ਹੈ। ਇਸ ਰਾਹ ਤੇ ਚੱਲ ਕੇ ਅਸੀਂ ਪ੍ਰਭੂ ਦੇ ਨਾਲ ਜੁੜ ਸਕਦੇ ਹਾਂ। ਪੌੜੀ ਸੋਈ ਸੇਵਿਹੁ ਜੀਅੜੇ ਦਾਤਾ ਬਖਸ਼ਿੰਦ। ਦਾਤਾ ਦਾ ਮਤਲਬ ਦਾਤਾਂ ਦੇਣ ਵਾਲਾ, ਬਖਸ਼ਿੰਦ ਦਾ ਮਤਲਬ ਬਖਸ਼ਿਸ਼ ਕਰਨ ਵਾਲਾ, ਤੇ ਜੀਅੜੇ ਦਾ ਮਤਲਬ ਹੈ ਜਿੰਦੇ। ਹੈ ਜਿੰਦੇ ਉਸ ਪਰਮੇਸ਼ਰ ਨੂੰ ਯਾਦ ਰੱਖ, ਸੇਵਿਹੁ ਦਾ ਮਤਲਬ ਯਾਦ ਰੱਖ, ਉਹਦੀ ਰਜ਼ਾ ਵਿੱਚ ਤੁਰ, ਜੋ ਦਾਤਾਂ ਦੇਣ ਵਾਲਾ ਹੈ ਔਰ ਬਖਸ਼ਿਸ਼ਾਂ ਕਰਨ ਵਾਲਾ ਹੈ। ਉਹਦੀ ਰਜ਼ਾ ਵਿੱਚ ਤੁਰ, ਉਹਦੇ ਹੁਕਮ ਵਿੱਚ ਤੁਰ, ਉਹਦੇ ਗੁਣਾਂ ਨੂੰ ਗਾ, ਜੋ ਦਾਤਾਂ ਦੇਣ ਵਾਲਾ ਹੈ ਔਰ ਜੋ ਬਖਸ਼ਿਸ਼ਾਂ ਕਰਨ ਵਾਲਾ ਹੈ। ਤੇ ਦਾਤਾਂ ਦੇਖੋ ਉਸਨੇ ਅਨੰਤ ਦੇ ਦਿੱਤੀਆਂ ਨੇ, ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਛ ਪਾਣਾ ਸੀ ਇੱਕੋ ਵਾਰੀ ਹੀ ਪਾ ਦਿੱਤਾ ਹੈ। ਇਹ ਪੂਰੇ ਦਾ ਪੂਰਾ ਸਿਸਟਮ ਹੈ। ਇਸ ਸਿਸਟਮ ਦੇ ਅੰਦਰੋਂ ਹੁਣ ਤੁਸੀਂ ਜਿੰਨੀਆਂ ਮਰਜ਼ੀ ਦਾਤਾਂ ਪੈਦਾ ਕਰਦੇ ਜਾਓ, ਜਿੰਨਾ ਤੁਸੀਂ ਉਦਮ ਕਰੋਗੇ ਓਨਾ ਤੁਸੀਂ ਪਾਈ ਜਾਓ, ਜਿੰਨਾ ਤੁਸੀਂ ਚਾਹੋਗੇ ਓਨੀ ਤੁਹਾਡੇ ਤੇ ਬਖਸ਼ਿਸ਼ ਹੁੰਦੀ ਜਾਏਗੀ, ਜਿੰਨਾ ਵੱਡਾ ਤੁਹਾਡਾ ਬਰਤਨ ਹੋਏਗਾ। ਹੁਣ ਇਹ ਚੀਜ਼ਾਂ ਨੂੰ ਅਸੀਂ ਸਮਝ ਸਕਦੇ ਹਾਂ ਕਿ ਜੇ ਅਸੀਂ ਪੜ੍ਹਨਾ ਚਾਹੀਏ ਤਾਂ ਜਿੰਨਾ ਮਰਜ਼ੀ ਗਿਆਨ ਹਾਸਲ ਕਰੀ ਜਾਓ, ਜਿੰਨੀ ਤੁਹਾਡੀ ਤੁਸੀਂ ਰਿਕੁਆਇਰਮੈਂਟ ਪੂਰੀ ਕਰੀ ਜਾਓਗੇ, ਓਨਾ ਗਿਆਨ ਤੁਹਾਨੂੰ ਮਿਲਦਾ ਜਾਏਗਾ, ਓਨੀਆਂ ਡਿਗਰੀਆਂ ਤੁਸੀਂ ਹਾਸਲ ਕਰ ਲਓਗੇ। ਜਿੰਨੀ ਰਿਕੁਆਇਰਮੈਂਟ ਪੂਰੀ ਕਰੋਗੇ ਓਨਾ ਤੁਹਾਡਾ ਜੀਵਨ ਚੰਗਾ ਹੋ ਜਾਏਗਾ, ਮਹਾਨ ਹੋ ਜਾਏਗਾ। ਘਰ ਪਰਿਵਾਰ ਵਿੱਚ ਜੇ ਸੁੱਖ ਸ਼ਾਂਤੀ ਚਾਹੁੰਦੇ ਹੋ ਤਾਂ ਸੁੱਖ ਸ਼ਾਂਤੀ ਵਾਸਤੇ ਜਿੰਨੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੋਗੇ, ਉਹਨਾਂ ਤੁਹਾਨੂੰ ਮਿਲਦਾ ਜਾਏਗਾ, ਬਖਸ਼ਿਸ਼ ਹੁੰਦੀ ਚਲੀ ਜਾਵੇਗੀ। ਬਖਸ਼ਿਸ਼ ਨੂੰ ਤੁਸੀਂ ਪਾਣਾ ਹੈ, ਸਿਰਫ ਬਰਤਨ ਤੁਹਾਡਾ ਕਿੰਨਾ ਹੈਗਾ। ਤਾਂ ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਦੀ ਰਜ਼ਾ ਦੇ ਅੰਦਰ ਤੁਰੋ, ਹੇ ਮੇਰੀ ਇਹ ਜਿੰਦੇ, ਜੋ ਦਾਤਾਂ ਦੇਣ ਵਾਲਾ ਹੈ, ਜੋ ਬਖਸ਼ਿਸ਼ ਕਰਨ ਵਾਲਾ ਹੈ। ਯਾਨੀ ਬਖਸ਼ਿਸ਼ ਕਰਨ ਵਾਲਾ, ਦਾਤਾਂ ਦੇਣ ਵਾਲਾ ਇੱਕੋ ਹੀ ਹੈ। ਦਾਤਾਂ ਦੇਣ ਵਾਲਾ ਕੋਈ ਪੀਰ ਕਬਰ ਬਾਬਾ ਨਹੀਂ ਹੈ। ਕਿਲਵਿਕ ਸਭ ਵਿਨਾਸ਼ ਹੋਣ ਸਿਮਰਤ ਗੋਵਿੰਦ। ਸਿਮਰਤ ਦਾ ਮਤਲਬ ਯਾਦ ਕੀਤਿਆਂ, ਕਿਲਵਿਕ ਦਾ ਮਤਲਬ ਪਾਪ, ਵਿਨਾਸ਼ ਹੋਣ ਦਾ ਮਤਲਬ ਨਾਸ਼ ਹੋ ਜਾਂਦੇ ਨੇ, ਗੋਵਿੰਦ ਦਾ ਮਤਲਬ ਰੱਬ ਨੂੰ। ਪ੍ਰਭੂ ਨੂੰ ਯਾਦ ਰੱਖਿਆ, ਪ੍ਰਭੂ ਨੂੰ ਆਪਣੀ ਯਾਦ ਵਿੱਚ ਵਸਾਇਆ, ਸਾਰੇ ਪਾਪ ਨਾਸ਼ ਹੋ ਜਾਂਦੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਪਾਪ ਸਾਡੀ ਯਾਦ ਵਿੱਚ ਨੇ, ਚਿੱਤ ਵਿੱਚ ਨੇ, ਮਾਨਸਿਕਤਾ ਵਿੱਚ ਨੇ, ਸੋਚ ਵਿੱਚ ਨੇ। ਤੇ ਅੰਦਰ ਇੱਕ ਚੀਜ਼ ਰਹਿ ਸਕਦੀ ਹੈ, ਜਾਂ ਸੱਚ ਜਾਂ ਝੂਠ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਹੁਣ ਜਿਸ ਕੁਰਸੀ ਤੇ ਮੈਂ ਬੈਠਾ ਹਾਂ, ਇਸ ਕੁਰਸੀ ਤੇ ਦੂਜਾ ਬੰਦਾ ਤਾਂ ਬੈਠ ਸਕਦਾ ਜੇ ਮੈਂ ਇੱਥੋਂ ਉੱਠਾਂ। ਜਿਸ ਜਗ੍ਹਾ ਤੇ ਮੈਂ ਬੈਠਾ, ਇੱਥੇ ਦੂਜਾ ਬੰਦਾ ਤਾਂ ਹੀ ਬੈਠੇਗਾ ਨਾ, ਮੈਂ ਪਾਸੇ ਹੋਵਾਂਗਾ। ਇੱਕ ਗਲਾਸ ਦੇ ਵਿੱਚ ਚਾਹ ਹੈ, ਤੇ ਜੇ ਤੁਸੀਂ ਉਹਦੇ ਵਿੱਚ ਪਾਣੀ ਪਾਣਾ ਚਾਹੁੰਦੇ ਹੋ
ਤਾਂ ਚਾਹ ਨੂੰ ਬਾਹਰ ਕੱਢੋਗੇ ਤਾਂ ਹੀ ਪਾਣੀ ਪਾਓਗੇ ਨਾ। ਇੱਕ ਜਗ੍ਹਾ ਤੇ ਕੌਲੀ ਪਈ ਹੈ, ਉੱਥੇ ਗਲਾਸ ਰੱਖਣਾ ਹੈ ਤਾਂ ਕੌਲੀ ਨੂੰ ਪਾਸੇ ਕਰੋਗੇ ਤਾਂ ਹੀ ਉੱਥੇ ਗਲਾਸ ਰੱਖਿਆ ਜਾਏਗਾ। ਜੇ ਅੰਦਰ ਸੱਚ ਵਸਾਣਾ ਹੈ ਤਾਂ ਝੂਠ ਨੂੰ ਪਾਸੇ ਕਰੋਗੇ ਤਾਂ ਹੀ ਸੱਚ ਵਸੇਗਾ। ਜੇ ਪਿਆਰ ਅੰਦਰ ਵਸਾਣਾ ਹੈ ਮਨੁੱਖਤਾ ਦਾ ਤਾਂ ਅੰਦਰੋਂ ਈਰਖਾ ਖਤਮ ਕਰੋਗੇ ਤੇ ਅੰਦਰੋਂ ਪਿਆਰ ਵਸੇਗਾ। ਜੇ ਅੰਦਰ ਨਿਮਰਤਾ ਵਸਾਣੀ ਹੈ ਤੇ ਈਗੋ ਨੂੰ ਪਾਸੇ ਕਰੋਗੇ, ਨਿਮਰਤਾ ਵਸੇਗੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਅਸੀਂ ਰੱਬੀ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾ ਲੈਂਦੇ ਆ ਨਾ ਤਾਂ ਕਿਲਬਿਖ ਪਾਪ ਆਟੋਮੈਟਿਕਲੀ ਪਾਸੇ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਕਿਉਂਕਿ ਜਿੱਥੇ ਸੱਚ ਹੋਏਗਾ ਉੱਥੇ ਝੂਠ ਰਹਿ ਹੀ ਨਹੀਂ ਸਕਦਾ। ਜਿੱਥੇ ਦਇਆ ਹੋਏਗੀ ਉੱਥੇ ਕੁਦਇਆ ਨਹੀਂ ਰਹਿ ਸਕਦਾ। ਜਿੱਥੇ ਪ੍ਰੇਮ ਹੋਏਗਾ ਉੱਥੇ ਈਰਖਾ ਔਰ ਕ੍ਰੋਧ ਨਹੀਂ ਰਹਿ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭੂ ਨੂੰ ਯਾਦ ਵਿੱਚ ਵਸਾਇਆ, ਰੱਬੀ ਗੁਣਾਂ ਨੂੰ ਯਾਦ ਵਿੱਚ ਵਸਾਇਆ, ਪਾਪ ਖਤਮ ਹੋ ਜਾਂਦੇ ਨੇ। ਦੇਖੋ ਕਿੰਨਾ ਸੋਹਣਾ ਫਾਰਮੂਲਾ ਹੈ। ਸਾਡਾ ਆਮ ਹੁੰਦਾ ਹੈ ਨਾ, ਅਸੀਂ ਪਿੱਛੇ ਵਿਚਾਰ ਵੀ ਕੀਤੀ ਸੀ 2 ਵੀਕਾਂ, ਗੁੱਸੇ ਨੂੰ ਕਿਵੇਂ ਦੂਰ ਕਰੀਏ। ਤਾਂ ਦੇਖੋ ਕਿੰਨਾ ਸੋਹਣਾ ਫਾਰਮੂਲਾ ਵੀ ਪ੍ਰੇਮ ਨੂੰ ਤੁਸੀਂ ਪ੍ਰੇਮ ਨਾਲ ਰਹਿਣਾ ਸ਼ੁਰੂ ਕਰ ਦਿਓ, ਗੁੱਸਾ ਦੂਰ ਹੋ ਜਾਏਗਾ। ਸੱਚ ਨਾਲ ਜੁੜਨਾ ਸ਼ੁਰੂ ਕਰ ਦਿਓ, ਝੂਠ ਖਤਮ ਹੋ ਜਾਏਗਾ, ਪਾਪ ਖਤਮ ਹੋ ਜਾਏਗਾ। ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਹੁਣ ਪਿੱਛੇ ਕਿਹਾ ਸੀ ਜੋੜਨ ਹਾਰਾ ਸੰਤ, ਇੱਥੇ ਕਹਿ ਰਹੇ ਨੇ ਹਰ ਮਾਰਗ ਸਾਧੂ ਦੱਸਿਆ। ਇੱਥੇ ਸਾਧੂ ਦਾ ਮੀਨਿੰਗ ਵੀ ਗੁਰੂ ਹੈ। ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ। ਗੁਰੂ ਨੇ ਪ੍ਰਭੂ ਦੇ ਨਾਲ ਮਿਲਣ ਦਾ ਰਾਸਤਾ ਦਰਸਾਇਆ ਹੈ। ਹਰ ਮਾਰਗ ਰੱਬ ਦਾ ਮਾਰਗ, ਜਿਸ ਰਾਹ ਤੇ ਚੱਲ ਕੇ ਰੱਬ ਨੂੰ ਮਿਲੀਦਾ ਹੈ, ਜਿਸ ਵੇ ਆਫ ਲਾਈਫ ਨੂੰ ਅਪਣਾਉਣ ਦੇ ਨਾਲ ਰੱਬ ਵਿੱਚ ਅਭੇਦ ਹੋਈਦਾ ਹੈ, ਉਹ ਗੁਰੂ ਨੇ ਦੱਸਿਆ ਹੈ। ਇਸ ਲਈ ਜਪੀਏ ਗੁਰਮੰਤ। ਮੰਤ ਦਾ ਮਤਲਬ ਉਪਦੇਸ਼, ਜਪੀਏ ਦਾ ਮਤਲਬ ਹੁੰਦਾ ਹੈ ਜਾਣਨਾ, ਇੰਪਲੀਮੈਂਟ ਕਰਨਾ, ਜਾਣ ਪਛਾਣ ਪਾਣੀ, ਸਾਂਝ ਪਾਣੀ। ਜਪੀਏ ਦਾ ਮਤਲਬ ਸਾਂਝ ਪਾਈਏ। ਇਸ ਲਈ ਗੁਰੂ ਦੇ ਉਪਦੇਸ਼ ਦੇ ਨਾਲ ਆਪਣੀ ਸਾਂਝ ਪਾਈਏ, ਗੁਰੂ ਦੇ ਗਿਆਨ ਦੇ ਨਾਲ ਆਪਣੀ ਸੋਚ ਦੀ ਸਾਂਝ ਬਣਾਈਏ। ਕਿਉਂਕਿ ਗੁਰੂ ਨੇ ਪ੍ਰਭੂ ਦੇ ਮਿਲਾਪ ਦਾ ਮਾਰਗ ਦੱਸਿਆ ਹੈ, ਵੇ ਆਫ ਲਾਈਫ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਜੀਵੋਗੇ ਤਾਂ ਤੁਸੀਂ ਰੱਬ ਵਿੱਚ ਮਿਲ ਕੇ ਰੱਬ ਵਰਗੇ ਹੋ ਜਾਓਗੇ। ਇਸ ਲਈ ਜਪੀਏ ਗੁਰਮੰਤ ਦਾ ਮਤਲਬ ਸਾਨੂੰ ਗੁਰੂ ਦੇ ਉਪਦੇਸ਼ ਨਾਲ ਸਾਂਝ ਪਾਣੀ ਚਾਹੀਦੀ ਹੈ। ਮੀਨਸ ਕਿ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ, ਗੁਰਬਾਣੀ ਤੇ ਅਮਲ ਕਰਨਾ ਚਾਹੀਦਾ ਹੈ। ਮਾਇਆ ਸਵਾਦ ਸਭ ਫਿੱਕਿਆ, ਹਰ ਮਨ ਭਾਵੰਦ। ਭਾਵੰਦ ਦਾ ਮਤਲਬ ਪਿਆਰਾ ਲੱਗਣਾ, ਭਾ ਜਾਣਾ। ਜਦੋਂ ਗੁਰੂ ਦਾ ਉਪਦੇਸ਼ ਮਨ ਨੂੰ ਪਿਆਰਾ ਲੱਗਣ ਲੱਗ ਜਾਏ ਨਾ, ਗੁਰੂ ਦਾ ਗਿਆਨ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਕੋਈ ਵੀ ਸ਼ਬਦ ਆਪ ਵਰਤ ਲਓ, ਜਦੋਂ ਇਹ ਪਿਆਰਾ ਲੱਗਣ ਲੱਗ ਜਾਏ, ਰੱਬੀ ਗੁਣ ਪਿਆਰੇ ਲੱਗਣ ਲੱਗ ਜਾਣ, ਮਾਇਆ ਸਵਾਦ ਸਭ ਫਿੱਕਿਆ, ਫਿਰ ਮਾਇਆ ਦੇ ਸਾਰੇ ਸਵਾਦ ਫਿੱਕੇ ਲੱਗਣਗੇ, ਵਿਅਰਥ ਲੱਗਣਗੇ, ਹੇਚ ਲੱਗਣਗੇ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਸੋਚ। ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਨਹੀਂ ਕਰਨ ਦਿੰਦੀ, ਜੋ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜੋ ਸੋਚ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਫਿਰ ਉਹ ਸੋਚ ਦੇ ਸਾਰੇ ਸਵਾਦ ਫਿੱਕੇ ਲੱਗਣਗੇ, ਵਿਅਰਥ ਲੱਗਣਗੇ। ਫਿਰ ਨਾ ਆਪਣੇ ਆਪ ਦੇ ਉੱਤੇ ਸ਼ਰਮ ਆਏਗੀ ਕਿ ਯਾਰ ਮੈਂ ਕਿਉਂ ਐਵੇਂ ਈਰਖਾ ਕਰਦਾ ਰਿਹਾ, ਕਿਉਂ ਹੰਕਾਰ ਵਿੱਚ ਸੜਦਾ ਰਿਹਾ। ਇੰਨੀ ਪਿਆਰੀ ਜ਼ਿੰਦਗੀ ਜਦੋਂ ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ ਮਨ ਨੂੰ ਪਿਆਰਾ ਲੱਗਣ ਲੱਗ ਜਾਏ, ਉਦੋਂ ਫਿਰ ਆ ਜਿਹੜੇ ਦੂਜੇ ਮਾਇਆ ਦੇ ਸਵਾਦ ਨੇ ਸਭ ਫਿੱਕੇ ਲੱਗਦੇ ਨੇ। ਫਿਰ ਸਮਝ ਆ ਜਾਂਦੀ ਹੈ ਕਿ ਅਵਰਤਨ ਰਾਤ ਇਸਰਾਤ ਤੇ ਤੀਰਥ ਯਾਤਰਾਵਾਂ ਵਾਧੂ ਦੇ ਕਰਮ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੈ। ਫਿਰ ਸਮਝ ਆ ਜਾਂਦੀ ਕਿ ਝੂਠ, ਫਰੇਬ, ਲਾਲਚ, ਠੱਗੀਆਂ ਇਹਨਾਂ ਦਾ ਬੇਕਾਰ ਹੈ ਕੰਮ, ਇਹਨਾਂ ਨਾਲ ਖੁਸ਼ੀ ਜ਼ਿੰਦਗੀ ਵਿੱਚ ਪੈਦਾ ਨਹੀਂ ਹੁੰਦੀ। ਸੱਚਾਈ, ਦਇਆ, ਧਰਮ, ਧੀਰਜ ਆਦਿ ਇਹਨਾਂ ਦੇ ਨਾਲ ਫਿਰ ਬੰਦੇ ਦੀ ਪ੍ਰੀਤ ਬਣ ਜਾਂਦੀ। ਧਿਆਏ ਨਾਨਕ ਪਰਮੇਸ਼ਰ ਹੈ ਜਿਨ ਦਿੱਤੀ ਜਿੰਦ। ਜਿੰਦ ਦਾ ਮਤਲਬ ਜਿਸ ਪ੍ਰਭੂ ਨੇ ਦਿੱਤੀ। ਜਿੰਦ ਦਾ ਮਤਲਬ ਜਿੰਦ ਦਿੱਤੀ ਹੈ, ਜੀਵਨ ਦਿੱਤਾ ਹੈ। ਜਿਸ ਪ੍ਰਭੂ ਨੇ ਇਹ ਜੀਵਨ ਦਿੱਤਾ ਹੈ, ਗੁਰੂ ਜੀ ਕਹਿੰਦੇ ਨੇ ਉਸ ਪ੍ਰਭੂ ਨੂੰ ਯਾਦ ਰੱਖ। ਇਹ ਜੀਵਨ ਉਸ ਪ੍ਰਭੂ ਦੀ ਯਾਦ ਵਿੱਚ ਗੁਜ਼ਾਰ, ਉਹਦੀ ਰਜ਼ਾ ਦੇ ਅੰਦਰ ਗੁਜ਼ਾਰ। ਧਿਆਏ ਦਾ ਮਤਲਬ ਧਿਆਨ ਰੱਖ। ਧਿਆਏ ਦਾ ਮਤਲਬ ਆਪਣੇ ਧਿਆਨ ਨੂੰ ਪ੍ਰਭੂ ਦੇ ਹੁਕਮ ਦੇ ਵਿੱਚ ਰੱਖ, ਆਪਣੇ ਧਿਆਨ ਵਿੱਚ ਰੱਬ ਦੇ ਹੁਕਮ ਨੂੰ ਵਸਾ।
यानी जिसने तेनू जीवन दिता है ਉਹਦੀ ਰਜ਼ਾ ਦੇ ਅੰਦਰ, ਉਹਦੇ ਭਾਣੇ ਦੇ ਅੰਦਰ, ਉਹਦੇ ਹੁਕਮ ਦੇ ਅੰਦਰ ਇਹ ਜ਼ਿੰਦਗੀ ਨੂੰ ਬਿਤਾ, ਫਿਰ ਤੇਰਾ ਜੀਵਨ ਪ੍ਰਫੁੱਲਤ ਹੋਏਗਾ, ਫਿਰ ਤੇਰੇ ਜੀਵਨ ਅੰਦਰ ਸੁਖ ਸ਼ਾਂਤੀ ਪੈਦਾ ਹੋਏਗੀ। ਸ਼ਲੋਕ ਮਹਿਲਾ ਪੰਜਵਾਂ। ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ। ਵਤ ਦਾ ਮਤਲਬ ਹੈ ਵੱਤਰ। ਇਹਨੂੰ ਵਤ ਪੋਲਾ ਜਾਂ ਨਹੀਂ ਬੋਲਣਾ, ਵਤ। ਵਤ ਦਾ ਮਤਲਬ ਵੱਤਰ। ਵੱਤਰ ਦਾ ਮਤਲਬ ਫਬਮਾ ਸਮਾਂ, ਸਹੀ ਵਕਤ, ਸਹੀ ਟਾਈਮ। ਵੱਤਰ ਨੂੰ ਤੁਸੀਂ ਸਮਝਦੇ ਹੋ, ਜਿਹੜੇ ਬਹੁਤੇ ਵੀਰ ਜਿਹੜੇ ਜ਼ਿਮੀਂਦਾਰ ਨੇ, ਜੋ ਕਿਸਾਨਾਂ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਜ਼ਮੀਨ ਵਾਹੀਦੀ ਸੀ ਨਾ, ਜ਼ਮੀਨ ਵਾਹਣ ਤੋਂ ਬਾਅਦ ਫਿਰ ਪਾਣੀ ਬਰਸਦਾ ਸੀ, ਬਰਸਾਤਾਂ ਦਾ, ਜਦੋਂ ਸਿਰਫ ਬਰਸਾਤਾਂ ਦੇ ਸਿਰ ਤੇ ਫਸਲ ਹੁੰਦੀ ਸੀ, ਤਾਂ ਫਿਰ ਕਿਸਾਨ ਇੱਕ ਵਾਰੀ ਫਿਰ ਜਦੋਂ ਵਾਹਣ ਦੇ ਲਾਇਕ ਜ਼ਮੀਨ ਹੋ ਜਾਂਦੀ ਸੀ, ਜ਼ਮੀਨ ਨੂੰ ਫਿਰ ਵਾਹੁੰਦੇ ਸੀ। ਤੇ ਉਹਦੇ ਵਿੱਚ ਵੀ ਨਾ ਇੱਕ ਖਾਸ ਗਿੱਲ ਹੁੰਦੀ ਹੈ। ਜੇ ਜ਼ਮੀਨ ਜ਼ਿਆਦਾ ਗਿੱਲੀ ਹੋਏ, ਉਹਦੇ ਵਿੱਚ ਜੇ ਬੀਜ ਦਿੱਤਾ ਜਾਏ, ਉਹ ਬੀਜ ਗਲ ਜਾਂਦੇ ਨੇ, ਉਹ ਫਿਰ ਉਗਦੇ ਨਹੀਂ। ਤੇ ਜੇ ਜ਼ਮੀਨ ਜ਼ਿਆਦਾ ਸੁੱਕੀ ਹੋਏ, ਮਿੱਟੀ ਖੁਸ਼ਕ ਹੋਏ, ਉਹਦੇ ਵਿੱਚ ਵੀ ਬੀਜ ਉਗਦੇ ਨਹੀਂ। ਇੱਕ ਨਾ ਦਰਮਿਆਨਾ ਜਿਹਾ ਗਿੱਲ ਹੁੰਦੀ ਹੈ, ਜਿਹਨੂੰ ਵੱਤਰ ਕਹਿੰਦੇ ਨੇ। ਉਸ ਵੱਤਰ ਦੇ ਵਿੱਚ ਜੇ ਸਹੀ ਵੱਤਰ ਵਿੱਚ ਦਾਣੇ ਬੀਜੇ ਜਾਣ, ਸਮਾਂ ਵੀ ਸਹੀ ਹੋਏ, ਤਾਂ ਫਿਰ ਉਹ ਦਾਣੇ ਉਗਦੇ ਨੇ। ਵੱਤਰ ਦਾ ਮਤਲਬ ਫਬਵਾ ਸਮਾਂ, ਸਹੀ ਵਕਤ। ਵਤ ਲੱਗੀ ਸੱਚੇ ਨਾਮ ਕੀ, ਕਿ ਆ ਜਿਹੜਾ ਸਮਾਂ ਹੈ ਮਨੁੱਖ ਦੇ ਹੀ ਮਿਲੀ, ਇਹ ਸਹੀ ਵਕਤ ਹੈ। ਸੱਚੇ ਨਾਮ ਦਾ ਮਤਲਬ ਸੱਚਾ ਹੁਕਮ, ਕਿ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਾ, ਇਹ ਸਹੀ ਵਕਤ ਹੈ ਜਿਹੜਾ ਤੁਹਾਨੂੰ ਵਕਤ ਹੁਣ ਮਿਲਿਆ ਹੈ। ਜੋ ਬੀਜੇ ਸੁਖਾਏ, ਜਿਹੜਾ ਬੀਜੇਗਾ ਉਹ ਫਸਲ ਖਾ ਲਵੇਗਾ। ਹੁਣ ਦੇਖੋ, ਮੰਨ ਲਓ ਅੱਜ ਕੱਦੂਆਂ ਦੇ ਬੀਜ ਬੀਜਣ ਦਾ ਸਮਾਂ ਹੈ, ਟਾਈਮ ਹੈ, ਤੇ ਹੁਣ ਜੇ ਟਾਈਮ 10, 15, 20 ਦਿਨ ਜਾਂ ਮਹੀਨਾ ਲੰਘਾ ਦਿੱਤਾ ਜਾਏ, ਤੇ ਟਾਈਮ ਤੇ ਬੰਦਾ ਨਾ ਬੀਜੇ, ਤੇ ਦੂਜੇ ਨੰਬਰ ਤੇ ਸੁੱਕੀ ਜ਼ਮੀਨ ਦੇ ਵਿੱਚ ਕੱਦੂ ਦਾ ਬੀਜ ਗੱਡ ਦੇ, ਤੇ ਉਹਨੇ ਹੋਣਾ ਨਹੀਂ ਨਾ। ਸਹੀ ਟਾਈਮ ਨਾਲ ਬੀਜੋਗੇ ਤਾਂ ਹੈ। ਹੁਣ ਸਹੀ ਟਾਈਮ ਕਿਹੜਾ ਹੈ? ਜਿਹੜਾ ਹੁਣ ਸਮਾਂ ਸਾਡਾ ਜਾ ਰਿਹਾ ਨਾ, ਜਿਵੇਂ ਅਸੀਂ ਹੁਣ ਕਲਾਸ ਵਿੱਚ ਬੈਠੇ ਹਾਂ ਜਾਂ ਅਸੀਂ ਆਮ ਜ਼ਿੰਦਗੀ ਜੀ ਰਹੇ ਹਾਂ, ਇਹ ਸਹੀ ਟਾਈਮ ਹੈ। ਹੁਣ ਸੱਚ ਬੋਲੋ, ਤੇ ਜੇ ਟਾਈਮ ਲੰਘ ਗਿਆ ਤਾਂ ਸੱਚ ਨਾ ਬੋਲਿਆ ਤੇ ਉਸ ਸਮੇਂ ਨੇ ਵਾਪਸ ਨਹੀਂ ਨਾ ਆਉਣਾ। ਕੱਲ ਨੂੰ ਸੱਚ ਬੋਲਾਂਗੇ, ਕੱਲ ਨੂੰ ਫਿਰ ਲੰਘ ਜਾਣਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਵਰਤਮਾਨ ਹੈ, ਜੋ ਸਮਾਂ ਮਿਲਿਆ ਹੈ ਤੁਹਾਡਾ, ਇਹ ਬਿਲਕੁਲ ਸਹੀ ਸਮਾਂ ਹੈ। ਇਸ ਸਮੇਂ ਨੂੰ ਵਿਅਰਥ ਨਾ ਗਵਾਓ। ਹਰ ਸਮੇਂ ਸੱਚ ਦੇ ਨਾਲ ਜੁੜੇ ਰਹੋ। ਜਿਹੜਾ ਸਮੇਂ ਨਾਲ ਸੱਚ ਬੀਜੇਗਾ, ਗੁਣਾਂ ਦਾ ਧਾਰਨੀ ਹੋਏਗਾ, ਉਹ ਉਹਦਾ ਫਲ ਖਾਏਗਾ। ਤੇ ਜਿਨਨੇ ਸਮੇਂ ਨਾਲ ਸੱਚ ਨਾ ਬੀਜਿਆ, ਝੂਠ ਬੀਜ ਲਿਆ, ਈਰਖਾ ਬੀਜ ਲਈ, ਹੰਕਾਰ ਬੀਜ ਲਿਆ, ਤੇ ਆਉਣ ਵਾਲੇ ਟਾਈਮ ਦੇ ਵਿੱਚ ਫਲ ਤੇ ਉਹਦਾ ਮਿਲਣਾ। ਜੇ ਪਤੀ ਪਤਨੀ ਨੇ ਪ੍ਰੇਮ ਦੇ ਨਾਲ ਨਹੀਂ ਰਹਿ ਰਹੇ, ਸਮੇਂ ਨਾਲ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਲ ਤਾਂ ਈਰਖਾ ਤੇ ਖਾਣਗੇ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਇਹ ਸਹੀ ਸਮਾਂ ਹੈ, ਜੋ ਵਰਤਮਾਨ ਸਮਾਂ ਤੁਹਾਨੂੰ ਮਿਲਿਆ ਹੈ, ਇਹ ਸੱਚ ਦੇ ਰਾਹ ਤੇ ਤੁਰਨ ਦਾ ਸਹੀ ਵਕਤ ਹੈ। ਇਸ ਲਈ ਵਕਤ ਦੇ ਨਾਲ ਚਲੋ, ਵਕਤ ਨੂੰ ਸੰਭਾਲੋ, ਵਕਤ ਨੂੰ ਐਵੇਂ ਵਿਕਾਰਾਂ ਵਿੱਚ ਅਜਾਈ ਨਾ ਗਵਾਓ। ਜਿਹੜਾ ਸੱਚੀ ਜ਼ਿੰਦਗੀ ਜੀਵੇਗਾ, ਉਹੀ ਉਹਦਾ ਫਲ ਖਾਏਗਾ, ਬਾਕੀ ਪਛਤਾਵਾ। ਤਿਸਹਿ ਪ੍ਰਾਪਤ ਨਾਨਕਾ, ਜਿਸ ਨੂੰ ਲਿਖਿਆ ਆਏ। ਇਹ ਚੀਜ਼ ਉਸ ਮਨੁੱਖ ਨੂੰ ਮਿਲਦੀ ਹੈ ਜਿਹਨੇ ਲਿਖਿਆ ਹੋਇਆ ਹੈ, ਜਿਹਦੇ ਅੰਦਰ ਲਿਖੇ ਅੰਕੁਰ ਫੁੱਟਦੇ ਨੇ। ਹੁਣ ਇਹ ਚੀਜ਼ ਅੰਡਰਸਟੈਂਡ ਹੈ ਕਿ ਜੇ ਅਸੀਂ ਕਣਕ ਦੇ ਬੀਜ ਬੀਜੇ ਨੇ, ਤਾਂ ਕਣਕ ਉਗੇਗੀ, ਕਣਕ ਦੀ ਫਸਲ ਅਸੀਂ ਖਾਵਾਂਗੇ। ਜੇ ਕਿਸੇ ਨੇ ਚਣੇ ਬੀਜੇ ਨੇ, ਚਣੇ, ਜੌਂ ਬੀਜੇ ਨੇ, ਜੌਂ, ਝੋਨਾ ਬੀਜਿਆ ਹੈ, ਝੋਨਾ, ਜੋ ਬੀਜਿਆ ਉਹੀ ਉਗੇਗਾ ਨਾ। ਤਾਂ ਇੱਥੇ ਲਿਖਣ ਦਾ ਮਤਲਬ, ਜੋ ਅਸੀਂ ਸੰਸਕਾਰ ਆਪਣੇ ਅੰਦਰ ਪੈਦਾ ਕਰ ਰਹੇ ਹਾਂ, ਇਹ ਚੀਜ਼ਾਂ ਬਾਰ-ਬਾਰ ਰਿਪੀਟ ਗੁਰੂ ਸਾਹਿਬ ਨੇ ਕੀਤੀਆਂ ਨੇ ਪਾਵਨ ਬਾਣੀ 'ਚ, ਜਿਸ ਕਰਕੇ ਸਾਡੇ ਅੰਦਰ ਇਹ ਪੱਕੀਆਂ ਹੋ ਜਾਣ। ਔਰ ਸਾਨੂੰ ਇਹ ਚੀਜ਼ਾਂ ਬਾਰ-ਬਾਰ ਰਿਪੀਟ ਕਰਨ ਦੀ ਲੋੜ ਹੈ, ਜਦੋਂ ਤੱਕ ਅਸੀਂ ਇਹਨਾਂ ਨੂੰ ਪੱਕਿਆ ਨਹੀਂ ਕਰ ਲੈਂਦੇ। ਲਿਖਣ ਦਾ ਮਤਲਬ ਇਹ ਹੈ ਕਿ ਜੋ ਅਸੀਂ ਲਿਖ ਰਹੇ ਹਾਂ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਉਹ ਸਾਡੇ ਅੰਦਰ ਸੁਭਾਅ ਬਣੀ ਜਾਂਦਾ ਹੈ। ਸਾਡੇ ਅੰਦਰ ਨਿਊਰੋਨਲ ਪੈਟਰਨ ਬਣ ਜਾਂਦਾ ਹੈ, ਸਾਡੇ ਅੰਦਰ ਸੰਸਕਾਰ ਬਣ ਜਾਂਦੇ ਨੇ, ਆਦਤਾਂ ਬਣ ਜਾਂਦੀਆਂ, ਤੇ ਉਹਨਾਂ ਆਦਤਾਂ ਦਾ ਹੀ ਫਿਰ ਬੰਦਾ ਖੱਟਿਆ ਖਾਂਦਾ। ਇਸ ਲਈ ਇਹ ਸ਼ੁਭ ਗੁਣਾਂ ਦਾ ਲੇਖ ਜਿਨ੍ਹਾਂ ਨੇ ਆਪਣੇ ਅੰਦਰ ਲਿਖਿਆ ਹੈ, ਉਹੀ ਇਹਦਾ ਫਲ ਮਾਣਦੇ ਨੇ। ਮਹਿਲਾ ਪੰਜਵਾਂ।
ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੇਂ ਆਪ। ਤੁਸ ਦਾ ਮਤਲਬ ਤਰੁੱਠ ਕੇ, ਖੁਸ਼ ਹੋ ਕੇ, ਕਿਰਪਾਲੂ ਹੋ ਕੇ। ਮੰਗਣਾ ਤਾਂ ਸੱਚ ਇੱਕ। ਗੁਰੂ ਜੀ ਕਹਿੰਦੇ ਨੇ ਜੇ ਮੰਗਣਾ ਹੀ ਹੈ ਤਾਂ ਇੱਕ ਸੱਚ ਮੰਗੋ, ਇੱਕ ਸੱਚ ਮੰਗੋ ਕਿ हे ਪ੍ਰਭੂ ਮੈਨੂੰ ਸੱਚੀ ਜ਼ਿੰਦਗੀ ਦੇ, ਕਿ ਮੈਂ ਮਨ, ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੋ ਸਕਾਂ। ਸੱਚ ਮੰਗੋ ਯਾਨੀ ਸੱਚੇ ਰਾਸਤੇ ਤੇ ਤੁਰੋ। ਜਿਸ ਤੁਸ ਦੇਵੇਂ ਆਪ, ਤੇ ਇਹ ਸੱਚ ਉਹਨੂੰ ਮਿਲਦਾ ਹੈ ਜਿਹਨੂੰ ਸੱਚ ਪ੍ਰਭੂ ਪ੍ਰਸੰਨ ਹੋ ਕੇ ਦਿੰਦਾ ਹੈ। ਹੁਣ ਜਿਹੜਾ ਮੰਗੇਗਾ, ਅਰਜ ਅਰਜ਼ੋਈ ਕਰੇਗਾ, ਯਤਨ ਕਰੇਗਾ, ਉਹਨੂੰ ਸੱਚ ਮਿਲ ਜਾਏਗਾ, ਪ੍ਰਸੰਨ ਹੋ ਕੇ ਰੱਬ ਦੇਵੇਗਾ ਸੱਚ। ਜੇ ਸੱਚ ਮੰਗੋਗੇ ਤਾਂ ਹੀ ਹੈ ਨਾ। ਹੁਣ ਸੱਚ ਦੇਖੋ ਤੁਹਾਡੇ ਅੰਦਰ ਹੈ, ਮੇਰੇ ਅੰਦਰ ਹੈ, ਦਇਆ ਸਾਡੇ ਸਾਰਿਆਂ ਦੇ ਅੰਦਰ ਹੈ, ਗੁਣ ਸਾਡੇ ਸਾਰਿਆਂ ਦੇ ਅੰਦਰ ਨੇ, ਪਰ ਅਸੀਂ ਇਹਨਾਂ ਨੂੰ ਯੂਜ਼ ਨਹੀਂ ਕਰ ਰਹੇ। ਇਹ ਆਪਾਂ ਬਾਰ-ਬਾਰ ਰਿਪੀਟ ਕਰ ਰਹੇ ਹਾਂ ਗੱਲ, ਔਰ ਇੱਕ ਹਕੀਕਤ ਹੈ, ਇੱਕ ਸੱਚਾਈ ਹੈ। ਦੁਨੀਆ ਦੇ ਹਰ ਮਨੁੱਖ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸੱਚਾਈ ਵੀ ਹੈ, ਦਇਆ ਵੀ ਹੈ, ਝੂਠ ਵੀ ਹੈ, ਫਰੇਬ ਵੀ ਹੈ। ਪਰ ਹੁਣ ਬੰਦਾ ਇਹਨਾਂ ਸੱਚ ਨੂੰ, ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ ਨਾ। ਜਦੋਂ ਅਸੀਂ ਝੂਠ ਬੋਲਦੇ ਹਾਂ ਨਿੱਕੇ ਨਿੱਕੇ, ਤਾਂ ਸਾਨੂੰ ਪਤਾ ਹੁੰਦਾ ਮੈਂ ਝੂਠ ਬੋਲ ਰਿਹਾ, ਤਾਂ ਉਦੋਂ ਅਸੀਂ ਸੱਚ ਨਹੀਂ ਨਾ ਮੰਗ ਰਹੇ ਹੁੰਦੇ, ਝੂਠ ਮੰਗ ਰਹੇ ਹੁੰਦੇ, ਸਾਨੂੰ ਝੂਠ ਮਿਲ ਜਾਂਦਾ। ਤੇ ਜੇ ਅਸੀਂ ਸੱਚ ਮੰਗੀਏ ਕਿ ਮੈਂ ਸੱਚ ਹੀ ਬੋਲਣਾ, ਮੈਂ ਦਇਆ ਹੀ ਕਰਨੀ, ਮੈਂ ਖੁਸ਼ ਹੀ ਰਹਿਣਾ ਹਰ ਵਕਤ, ਖੁਸ਼ੀਆਂ ਹੀ ਵੰਡਣੀਆਂ, ਤਾਂ ਰੱਬ ਸਾਨੂੰ ਖੁਸ਼ ਹੋ ਕੇ ਅੰਦਰੋਂ ਸੱਚ ਦੇ ਦੇਵੇਗਾ। ਤਾਂ ਗੁਰੂ ਜੀ ਕਹਿੰਦੇ ਨੇ ਸੱਚ ਹੀ ਮੰਗਣਾ ਚਾਹੀਦਾ ਹੈ, ਸੱਚੀ ਜ਼ਿੰਦਗੀ ਜੀਣੀ ਚਾਹੀਦੀ ਹੈ। ਔਰ ਜਦੋਂ ਅਸੀਂ ਪ੍ਰਭੂ ਤੋਂ ਸੱਚ ਮੰਗਦੇ ਹਾਂ, ਉਹ ਪ੍ਰਸੰਨ ਹੋ ਕੇ ਖੁਸ਼ੀ ਦੇ ਨਾਲ ਸਾਨੂੰ ਸੱਚ ਦਿੰਦਾ ਹੈ। ਭਾਵ ਕਿ ਜੋ ਸੱਚੀ ਜ਼ਿੰਦਗੀ ਜੀਂਦਾ ਹੈ ਉਹਨੂੰ ਪ੍ਰਭੂ ਦੀ ਪ੍ਰਸੰਨਤਾ ਵੀ ਹਾਸਲ ਹੁੰਦੀ। ਜਿਤ ਖਾਧੈ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ। ਜਿਤ ਖਾਧੈ, ਜਿਸ ਤੇ ਖਾਧਿਆਂ। ਹੁਣ ਦੇਖੋ ਸੱਚ ਨੂੰ ਖਾਣਾ ਨਹੀਂ, ਗੱਲ ਇੱਥੇ ਖਾਣ ਦੀ ਹੋ ਰਹੀ ਹੈ। ਸੱਚ ਨੂੰ ਖਾਣਾ ਨਹੀਂ, ਸੱਚ ਨੂੰ ਬੋਲਣਾ ਹੁੰਦਾ ਹੈ। ਤਾਂ ਇੱਥੇ ਖਾਧੇ ਦਾ ਮਤਲਬ ਹੈ ਵਰਤਣਾ। ਤ੍ਰਿਪਤੀ ਦਾ ਮਤਲਬ ਰੱਜ ਜਾਈਦਾ ਹੈ। ਸਾਹਿਬ ਦਾਤ ਦਾ ਮਤਲਬ ਮਾਲਿਕ ਦੀ ਬਖਸ਼ਿਸ਼। ਜੇ ਇਹ ਸੱਚ ਨੂੰ ਵਰਤਿਆ ਜਾਏ, ਜੇ ਰੱਬੀ ਰਜ਼ਾ ਦੇ ਵਿੱਚ ਤੁਰਿਆ ਜਾਏ, ਤਾਂ ਬੰਦਾ ਤ੍ਰਿਪਤ ਹੋ ਜਾਂਦਾ, ਵਿਕਾਰਾਂ ਵੱਲੋਂ ਰੱਜ ਜਾਂਦਾ। ਫਿਰ ਵਿਕਾਰ ਵਾਲੇ ਪਾਸੇ ਮਨ ਨਹੀਂ ਦੌੜਦਾ, ਫਿਰ ਕਰਮ ਕਾਂਡਾਂ ਵਾਲੇ ਪਾਸੇ ਮਨ ਨਹੀਂ ਦੌੜਦਾ, ਬੰਦਾ ਤ੍ਰਿਪਤ ਹੋ ਜਾਂਦਾ ਹੈ, ਬੰਦੇ ਦੀ ਜ਼ਿੰਦਗੀ ਅੰਦਰ ਸੈਟਿਸਫੈਕਸ਼ਨ ਆ ਜਾਂਦਾ ਹੈ। ਨਾਨਕ ਸਾਹਿਬ ਦਾਤ, ਇਹ ਸਾਹਿਬ ਦੀ ਮਹਾਨ ਵੱਡੀ ਦਾਤ ਹੈ। ਜੋ ਰੱਬੀ ਰਜ਼ਾ ਵਿੱਚ ਤੁਰਨਾ ਹੈ ਜਾਂ ਸੱਚੀ ਜ਼ਿੰਦਗੀ ਹੈ, ਇਹ ਰੱਬ ਦੀ ਮਹਾਨ ਵੱਡੀ ਦਾਤ ਹੈ। ਤੇ ਇਸ ਸੱਚ ਨੂੰ ਖਾਧਿਆਂ, ਅਪਣਾਇਆ, ਵਰਤਿਆਂ ਬੰਦਾ ਤ੍ਰਿਪਤ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ, ਵਿਕਾਰਾਂ ਵੱਲੋਂ ਰੱਜ ਜਾਂਦਾ ਹੈ। ਫਿਰ ਉਹਦਾ ਵਿਕਾਰਾਂ ਵਾਲੇ ਪਾਸੇ ਮਨ ਦੌੜਦਾ ਨਹੀਂ। ਪੌੜੀ ਲਾਹਾ ਜਗ ਮਹਿ ਸੇ ਖੱਟੇ ਹੈ, ਜਿਨ ਹਰ ਤਨ ਰਾਸ। ਸੇ ਦਾ ਮਤਲਬ ਉਹ ਬੰਦੇ, ਰਾਸ ਦਾ ਮਤਲਬ ਪੂੰਜੀ, ਲਾਹ ਦਾ ਮਤਲਬ ਨਫਾ, ਲਾਭ। ਜਗਤ ਵਿੱਚ ਉਹ ਮਨੁੱਖ ਵਣਜਾਰੇ ਲਾਭ ਖੱਟਦੇ ਨੇ ਜਿਨ੍ਹਾਂ ਦੇ ਕੋਲ ਹਰ ਤਨ ਰਾਸ, ਪ੍ਰਭੂ ਦੇ ਗੁਣਾਂ ਦੀ ਰਾਸ ਪੂੰਜੀ ਹੈ। ਹਰ ਤਨ ਰਾਸ ਦਾ ਮਤਲਬ ਗੁਣਾਂ ਦੀ ਰਾਸ ਪੂੰਜੀ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬੇ ਨੇ ਜਿਨ੍ਹਾਂ ਕੋਲ, ਜਿਹੜੇ ਇਹਨਾਂ ਗੁਣਾਂ ਦੀ ਵਰਤੋਂ ਕਰ ਰਹੇ ਨੇ, ਉਹ ਇਸ ਜਗਤ ਦੇ ਅੰਦਰ ਲਾਹਾ ਖੱਟਦੇ। ਉਹਨਾਂ ਨੂੰ ਸੁੱਖਾਂ ਦਾ ਲਾਭ ਹੁੰਦਾ ਹੈ, ਖੁਸ਼ੀਆਂ ਮਿਲਦੀਆਂ ਨੇ, ਖੇੜੇ ਮਿਲਦੇ ਨੇ, ਮਾਣ ਮਿਲਦਾ ਹੈ, ਆਦਰ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਦੁਤੀਆ ਭਾਉ ਨਾ ਜਾਣਨੀ, ਸੱਚੇ ਦੀ ਆਸ। ਦੁਤੀਆ ਭਾਵ ਦਾ ਮਤਲਬ ਦ્વੈਤ ਭਾਵ, ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ। ਨਾ ਜਾਣਨੀ ਦਾ ਮਤਲਬ ਉਹ ਜਾਣਦੇ ਵੀ ਨਹੀਂ। ਜਿਵੇਂ ਕਿਸੇ ਨੂੰ ਕਹੀਏ ਨਾ ਫਲਾਂ ਬੰਦਾ, ਉਹ ਕਹਿੰਦਾ ਵੀ ਮੈਂ ਨਹੀਂ ਜਾਣਦਾ, ਮੈਨੂੰ ਉਹਦੇ ਬਾਰੇ ਪਤਾ ਨਹੀਂ, ਮੈਂ ਨਹੀਂ ਜਾਣਦਾ, ਵੀ ਪਤਾ ਹੀ ਨਹੀਂ। ਤਾਂ ਜਿਸ ਚੀਜ਼ ਦਾ ਪਤਾ ਹੀ ਨਹੀਂ ਨਾ, ਉਹ ਬੰਦਾ ਕੰਮ ਕਰਦਾ ਹੀ ਨਹੀਂ। ਜਿਵੇਂ ਹੁਣ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਕਾਰ ਚਲਾਣੀ ਨਹੀਂ ਆਉਂਦੀ, ਤੇ ਜੇ ਮੈਨੂੰ ਕੋਈ ਕਹੇ ਕਿ ਤੂੰ ਆ ਕਾਰ ਚਲਾ, ਤਾਂ ਮੈਂ ਕਹਾਂਗਾ ਨਹੀਂ ਵੀ ਮੈਂ ਨਹੀਂ ਚਲਾਣੀ, ਕਿਉਂਕਿ ਮੈਨੂੰ ਚਲਾਣੀ ਨਹੀਂ ਨਾ ਆਉਂਦੀ। ਜੇ ਤੁਸੀਂ ਹੁਣ ਮੈਨੂੰ ਕਾਰ ਲੈ ਕੇ ਵੀ ਦਿਓ, ਤੈਨੂੰ ਫ੍ਰੀ ਕਾਰ ਲੈ ਦੇਣਾ, ਤੇ ਮੈਂ ਕਹਿਣਾ ਨਹੀਂ, ਕਾਰ ਦਾ ਮੈਂ ਕਰਨਾ, ਮੈਨੂੰ ਚਲਾਣੀ ਨਹੀਂ ਆਉਂਦੀ, ਚਲਾਣੀ ਆਉਂਦੀ ਹੀ ਨਹੀਂ, ਹੁਣ ਪਤਾ ਹੀ ਨਹੀਂ ਇਹਦੇ ਬਾਰੇ, ਤੇ ਮੈਂ ਕਿਵੇਂ ਚਲਾਵਾਂ।
ਹੁਣ ਮੈਨੂੰ ਫਾਰਸੀ ਬੋਲਣੀ ਨਹੀਂ ਆਉਂਦੀ ਤੇ ਮੈਂ ਕਿਵੇਂ ਬੋਲਣੀ ਨਹੀਂ ਆਉਂਦੀ, ਅੰਗਰੇਜ਼ੀ ਨਹੀਂ ਆਉਂਦੀ ਤਾਂ ਕਿਵੇਂ ਬੋਲਾਂ? ਜਿਸ ਚੀਜ਼ ਬਾਰੇ ਗਿਆਨ ਹੀ ਨਹੀਂ ਹੈ, ਪਤਾ ਹੀ ਨਹੀਂ ਹੈ, ਬੰਦਾ ਉਹ ਕੰਮ ਕਰ ਹੀ ਨਹੀਂ ਸਕੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸੱਚੇ ਦੀ ਆਸ ਹੁੰਦੀ ਹੈ ਨਾ, ਸੱਚ ਦੇ ਨਾਲ ਦੁਤੀਆ ਭਾਵ ਨਾ ਜਾਣਨੀ, ਉਹ ਦ્વੈਤ ਭਾਵ ਨੂੰ ਜਾਣਦੇ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਦ્વੈਤ ਕੀ ਹੁੰਦੀ। ਹੁਣ ਜੇ ਭਾਈ ਕਨਈਏ ਤੋਂ ਪੁੱਛੋ ਵੀ ਦ્વੈਤ ਕੀ ਹੁੰਦੀ, ਉਹਨੇ ਕਹਿਣਾ ਮੈਨੂੰ ਨਹੀਂ ਪਤਾ ਦ્વੈਤ ਕੀ ਹੁੰਦੀ, ਮੈਂ ਤੇ ਨਾ ਹੀ ਤੇਰੇ ਤੋਂ ਸੁਣ ਰਿਹਾ। ਕਿਉਂਕਿ ਉਹ ਤੇ ਪਾਣੀ ਪਿਲਾ ਰਹੇ ਨੇ ਨਾ, ਸਾਰਿਆਂ ਨੂੰ ਪਿਲਾ ਰਹੇ ਨੇ, ਚਾਹੇ ਉਹ ਹਿੰਦੂ ਮੰਗ ਰਿਹਾ ਹੈ, ਮੁਸਲਮਾਨ ਮੰਗ ਰਿਹਾ, ਸਿੱਖ ਮੰਗ ਰਿਹਾ, ਜਿਹੜਾ ਵੀ ਜ਼ਖਮੀ ਪਾਣੀ ਮੰਗਦਾ ਉਹ ਤੇ ਪਾਣੀ ਪਿਲਾਈ ਜਾ ਰਹੇ ਨੇ। ਉਹਨੂੰ ਦ્વੈਤ ਦਾ ਪਤਾ ਹੀ ਨਹੀਂ, ਜੇ ਪਤਾ ਹੁੰਦਾ ਤੇ ਦ્વੈਤ ਵਰਤਦੇ ਨਾ, ਪਤਾ ਹੀ ਨਹੀਂ। ਭਗਤ ਪੂਰਨ ਸਿੰਘ ਨੂੰ ਕਹੋ ਦ્વੈਤ ਕੀ ਹੁੰਦੀ ਤੇ ਉਹਨੂੰ ਕੀ ਪਤਾ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ ਨੂੰ ਪੁੱਛੋ ਦ્વੈਤ, ਗੁਰੂ ਸਾਹਿਬਾਨ ਨੂੰ ਪੁੱਛੋ, ਭਗਤ ਜਨਾਂ ਨੂੰ ਪੁੱਛੋ ਦ્વੈਤ, ਉਹ ਕਹਿਣਗੇ ਪਤਾ ਹੀ ਨਹੀਂ ਦ્વੈਤ। ਤਾਂ ਕਹਿਣ ਤੋਂ ਭਾਵ ਕਿ ਉਹ ਦੂਜੇ ਭਾਵ ਨੂੰ ਜਾਣਦੇ ਨਹੀਂ, ਉਹ ਰੱਬ ਤੋਂ ਬਿਨਾਂ ਹੋਰ ਕੋਈ ਕੰਮ ਕਰਦੇ ਹੀ ਨਹੀਂ, ਰੱਬੀ ਗੁਨਾਹ ਤੋਂ ਬਿਨਾਂ ਹੋਰ ਉਹਨਾਂ ਦੇ ਜੀਵਨ ਦੇ ਵਿੱਚ ਫੁਰਨਾ ਵੀ ਨਹੀਂ ਫੁਰਦਾ, ਕਦੇ ਪਾਪ ਦਾ, ਵਿਕਾਰ ਦਾ ਉਹਨਾਂ ਦੇ ਅੰਦਰ ਫੁਰਨਾ ਵੀ ਨਹੀਂ ਫੁਰਦਾ। ਸੱਚੇ ਦੀ ਆਸ ਕੇਵਲ ਇੱਕ ਸੱਚ ਦੀ ਆਸ ਹੁੰਦੀ ਹੈ, ਸੱਚ ਤੋਂ ਬਿਨਾਂ ਉਹਨਾਂ ਦੇ ਅੰਦਰ ਕੋਈ ਝੂਠ ਫਰੇਬ ਦਾ ਫੁਰਨਾ ਵੀ ਨਹੀਂ ਫੁਰਦਾ। ਨਿਹਚਲ ਏਕ ਸਰੇਵਿਆ ਹੋਰ ਸਭ ਵਿਨਾਸ਼, ਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਇੱਕ ਪ੍ਰਭੂ ਨੂੰ ਸਿਮਰਿਆ ਹੁੰਦਾ ਹੈ, ਉਹਦੀ ਸਿਫਤ ਸਲਾਹ ਕੀਤੀ ਹੁੰਦੀ ਹੈ, ਜਿਹਦੇ ਕਰਕੇ ਉਹਨਾਂ ਦੇ ਬਾਕੀ ਸਾਰੇ ਪਾਪ ਵਿਕਾਰ ਵਿਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਪਾਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ, ਸਾਸ ਦਾ ਮਤਲਬ ਸਵਾਸ ਯਾਨੀ ਜੀਵਨ। ਜਿਸ ਮਨੁੱਖ ਨੂੰ ਰੱਬ ਦੇ ਗੁਣ ਭੁੱਲ ਜਾਂਦੇ ਨੇ, ਇਸ ਬਿਰਥਾ ਸਾਸ, ਉਹਦੇ ਸਵਾਸ ਬਿਰਥਾ ਨੇ, ਭਾਵ ਕਿ ਉਹਦਾ ਹਰ ਸਵਾਸ ਬਿਰਥਾ ਹੈ, ਉਹਦਾ ਹਰ ਪਲ ਵਿਅਰਥ ਹੈ, ਉਹਦਾ ਜੀਵਨ ਹੀ ਬੇਕਾਰ ਹੋ ਜਾਂਦਾ ਹੈ, ਉਹਦਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਨਾ ਉਹਨੇ ਜੀਵਨ ਦਾ ਆਪ ਲਾਭ ਖੱਟਿਆ ਤੇ ਨਾ ਉਹਨੇ ਕਿਸੇ ਦੂਜੇ ਦਾ ਭਲਾ ਕੀਤਾ। ਇਸ ਦੁਨੀਆ ਵਿੱਚ ਆਇਆ, ਬੁਰਾਈਆਂ ਕਮਾਈਆਂ, ਈਰਖਾ ਦਵੇਸ਼ ਕੀਤੀ, ਈਰਖਾ ਦਵੇਸ਼ ਫੈਲਾਈ, ਪਾਪਾਂ ਅਪਰਾਧਾਂ ਵਾਲੀ ਜ਼ਿੰਦਗੀ ਜੀਵੀ ਔਰ ਮਰ ਗਿਆ, ਉਹਦਾ ਲਾਭ ਨਹੀਂ ਨਾ ਹੋਇਆ। ਕੰਠ ਲਾਏ ਜਨ ਰੱਖਿਆ ਨਾਨਕ ਬਲ ਜਾਸ, ਕੰਠ ਦਾ ਮਤਲਬ ਗਲਾ, ਜਨ ਦਾ ਮਤਲਬ ਪ੍ਰਭੂ ਦਾ ਸੇਵਕ, ਬਲ ਦਾ ਮਤਲਬ ਬਲਿਹਾਰ। ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪਣੇ ਦਾਸਾਂ ਨੂੰ ਆਪਣੇ ਗਲੇ ਨਾਲ, ਸੀਨੇ ਨਾਲ ਲਾ ਕੇ ਰੱਖਦਾ ਹੈ, ਵਿਕਾਰਾਂ ਤੋਂ ਬਚਾ ਲੈਂਦਾ ਹੈ। ਤੇ ਮੈਂ ਪ੍ਰਭੂ ਦੇ ਦਾਸਾਂ ਤੋਂ ਬਲਿਹਾਰ ਜਾਣਦਾ ਹਾਂ। ਗੁਰੂ ਜੀ ਕਹਿੰਦੇ ਨੇ ਮੈਂ ਪ੍ਰਭੂ ਤੋਂ ਬਲਿਹਾਰ ਹਾਂ, ਵਾਰ ਨੇ ਸਦਕੇ ਹਾਂ। ਪ੍ਰਭੂ ਆਪਣੇ ਦਾਸਾਂ ਨੂੰ ਆਪ ਸੀਨੇ ਦੇ ਨਾਲ ਲਗਾ ਕੇ ਬਚਾ ਲੈਂਦਾ ਹੈ, ਕਿਉਂਕਿ ਇਹ ਪ੍ਰਭੂ ਦਾ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਤਾਂ ਗੁਰੂ ਸਾਹਿਬ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਵਿਚਾਰੀਏ, ਸਮਝੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ ਤੇ ਆਪਣੇ ਇਸ ਜੀਵਨ ਨੂੰ ਸਫਲ ਕਰੀਏ। ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਵਿਚਾਰਧਾਰਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈਏ। ਇਹ ਸਾਡਾ ਹੱਕ ਵੀ ਹੈ, ਇਹ ਸਾਡਾ ਫਰਜ਼ ਵੀ ਹੈ, ਔਰ ਸਾਡੀ ਇਹ ਸੇਵਾ ਵੀ ਹੋਏਗੀ ਜੇ ਅਸੀਂ ਗੁਰੂ ਜੀ ਦੀ ਇਸ ਪਾਵਨ ਬਾਣੀ ਦੇ ਗਿਆਨ ਨੂੰ ਦੁਨੀਆ ਤੱਕ ਫੈਲਾਈਏ, ਜਿਸ ਕਰਕੇ ਦੁਨੀਆ ਦਾ ਹਰ ਮਨੁੱਖ ਸੁਖੀ ਔਰ ਸ਼ਾਂਤ ਹੋ ਸਕੇ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦਾ ਆਨੰਦ ਮਾਣ ਸਕੇ। ਹੋਈਆਂ ਭੁੱਲਾਂ ਦੀ ਖਿਮਾ। ਹੁਣ ਜਿਸ ਕਿਸੇ ਵੀਰ ਭੈਣ ਨੇ ਕੋਈ ਅੱਜ ਦੀ ਇਸ ਵਿਚਾਰ ਵਿੱਚ ਸਵਾਲ ਪੁੱਛਣਾ ਹੈ ਜਾਂ ਕੋਈ ਆਪਣੇ ਵਿਊਜ਼ ਦੇਣੇ ਨੇ ਤੇ ਉਹ ਅਨਮਿਊਟ ਹੋ ਜਾਓ। ਹੁਣ ਅਗਲੀ ਕਾਰਵਾਈ ਕਲਾਸ ਦੀ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ